नानक पातशाह की उच्चारण की हुई बाणी 12 माह जो कि राग तुखारी के अंदर गुरु ग्रंथ साहब जी के पन्ना 1107 तो 1109 के उपर सुशोभित है। उसकी लड़ीवार विचार ਅਸੀਂ कल तो आरंभ की सी। कल के सैशन में ਅਸੀਂ सिर्फ 12 माह का पिछोकड़ ਉਹਦੇ ਪਿੱਛੇ जो भावना जो विचारधारा है जो ਉਹਦੇ ਨਾਲ ਸੰਬੰਧਿਤ ਸਾਡੇ ਆਮ ਸੰਗਤਾਂ ਦੇ ਵਿੱਚ ਪ੍ਰਭਾਵ ਪਏ ਹੋਏ ਹਨ ਜੋ ਕੁਝ ਅਸੀਂ ਲੋਕ ਪ੍ਰੈਕਟੀਕਲੀ ਉਹਦੇ ਨਾਲ ਉਸ ਬਾਣੀ ਨਾਲ ਰਿਲੇਟਡ ਕਰਮ ਕਰਦੇ ਹਾਂ ਜਿਸ ਤਰੀਕੇ ਨਾਲ ਅਸੀਂ ਉਹਨੂੰ ਆਪਣੇ ਸੰਗਤੀ ਜੀਵਨ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿਵੇਂ ਉਸ ਬਾਣੀ ਨੂੰ ਵਰਤਦੇ ਹਾਂ ਉਹਨਾਂ ਸਭ ਮਸਲਿਆਂ ਦੇ ਬਾਰੇ ਕੱਲ ਵਿਚਾਰ ਕੀਤੀ ਗਈ ਸੀ। ਕੱਲ ਦੇ ਵਿਚਾਰ ਵਿੱਚ ਬਾਣੀ ਦੇ ਅੰਤਰੀਵ ਭਾਵ ਬਾਰੇ ਜਾਂ ਬਾਣੀ ਦੇ ਅਰਥਾਂ ਬਾਰੇ ਕੋਈ ਖਾਸ ਗੱਲ ਦਾ ਜ਼ਿਕਰ ਨਹੀਂ ਸੀ ਹੋਇਆ। ਸੋ ਅੱਜ ਤੋਂ ਅਸੀਂ ਇਹਦੀ ਪੌੜੀਵਾਰ ਵਿਚਾਰ ਆਰੰਭ ਕਰਾਂਗੇ। ਇਹਦਾ ਜੋ ਸਰੂਪ ਹੈ ਕਵਿਤਾ ਦੀ ਸ਼ੈਲੀ ਵਿੱਚ ਉਹ ਛੰਤ ਵਾਲਾ ਹੈ। तो सिरलेख के अंदर भी गुरु साहब ने मेंशन किया है तुखारी छंत महला पहला 12 माह। सो राग तुखारी है, छंत इसकी काव्यशैली है, महला पहला तो भाव है कि गुरु नानक पातशाह की उच्चारण की हुई बाणी है, 12 माह बाणी का सिरलेख है। इसके उपर संखेप रूप के एक ओंकार सतगुर प्रसाद मंगलाचरण का जो सब तो छोटा स्वरूप है वो अंकित किया गया है। ये गल असी भली प्रकार जानते ही हाँ कि मंगलाचरण का जोड़ा भी स्वरूप आवे छोटा या संपूर्ण ਉਹਦੇ अर्थ हमेशा संपूर्ण मंगलाचरण संपूर्ण मूल मंत्र वाले ही अर्थ ਉਹਦੇ हर जगह ਕੀਤੇ ਜਾਂਦੇ ਹਨ। सो पहली पौड़ी का पाठ असी कर लेंगे हाँ। तू सुन किरत करम्मा पुरब कमाया सिर सिर सुख सुहम्मा देह सो तू भला हर रचना तेरी क्या गत मेरी हर बिन घड़ी न जीवा ते बाज दुहेली होए न बेली गुरमुख अमृत पीवा रचना राज रहे निरंकारी प्रभ मन करम सुकर्मा नानक पंथ निहाले सा धन तू सुन आत्म रामा। एक चीज जो संक्षेप में मैं बयान कर दिया इस बाणी दे विच कुल 17 ਇਹਦੇ ਛੰਤ ਹਨ ਜਾਂ 17 ਪੌੜੀਆਂ ਕਹਿ ਲਓ 17 ਇਹਦੇ ਅੰਦਰ ਪਦੇ ਹਨ ਜਿਨ੍ਹਾਂ ਦੇ ਵਿੱਚ ਪਹਿਲੇ 4 ਪਦੇ ਜਿਹੜੇ ਹਨ ਉਹ ਬਾਣੀ ਦਾ ਜੋ ਮੇਨ ਸੁਨੇਹਾ ਹੈ ਉਹਦੀ ਵਿਚਾਰਧਾਰਾ ਉਹਦੇ ਬਾਰੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ। ਫਿਰ 12 ਜਿਹੜੀਆਂ ਅਗਲੇ ਪਦੇ ਹਨ ਜਿਹੜੇ 12 ਉਹਨਾਂ ਦੇ ਵਿੱਚ ਇੱਕ ਮਹੀਨੇ ਦਾ ਨਾਮ ਲੈ ਕੇ ਤੇ ਉਸੇ ਹੀ ਵਿਚਾਰ ਨੂੰ ਅੱਗੇ ਮਹੀਨਿਆਂ ਦੇ ਨਾਮ ਦੀ ਵਰਤੋਂ ਕਰਕੇ ਤੇ ਉਸੇ ਵਿਸ਼ੇ ਨੂੰ ਅੱਗੇ ਵਧਾਇਆ ਗਿਆ ਹੈ ਤੇ ਅਖੀਰਲੇ ਫਿਰ 17ਵੇਂ ਪਦੇ ਦੇ ਅੰਦਰ ਸਾਰੀ ਬਾਣੀ ਦਾ ਸੰਖੇਪ ਸਾਰ ਜਿਹੜਾ ਹੈ ਉਹ ਉਹਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਹੈ। ਜਿਹੜੀ ਗੱਲ ਧਿਆਨ 'ਚ ਰੱਖਣ ਵਾਲੀ ਹੈ ਉਹ ਇਹ ਕਿ ਜਿਵੇਂ ਅਸੀਂ ਪਿਛਲੇ ਦਿਨਾਂ ਵਿੱਚ ਬਾਣੀ ਪੱਟੀ ਦੀ ਵਿਚਾਰ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਵਾਲੀ ਵੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਵੀ ਉਚਾਰਨ ਕੀਤੀ ਹੋਈ ਉਹਨਾਂ ਦੋਨਾਂ ਬਾਣੀਆਂ ਵਿੱਚ ਵੀ ਇਹ ਗੱਲ ਬਾਰ-ਬਾਰ ਦੁਹਰਾ ਕੇ ਸਮਝਾਈ ਗਈ ਸੀ ਦੱਸੀ ਗਈ ਸੀ ਕਿ ਜਿਹੜੇ ਵਰਨਮਾਲਾ ਦੇ ਅੱਖਰਾਂ ਨੂੰ ਇਸਤੇਮਾਲ ਕੀਤਾ ਗਿਆ ਹੈ ਉਹ ਕੇਵਲ ਰੈਫਰੈਂਸ ਵਾਸਤੇ ਕਵਿਤਾ ਦੀ ਖੂਬਸੂਰਤੀ ਵਾਸਤੇ ਵਰਤੇ ਗਏ ਹਨ। अर्थ भाव ਕਰਨ ਲੱਗਿਆਂ ਉਹਨਾਂ ਅੱਖਰਾਂ ਦਾ ਕੋਈ ਮਤਲਬ ਨਹੀਂ ਹੈ ਕੋਈ ਅਹਿਮੀਅਤ ਨਹੀਂ ਹੈ। ਉਹ ਜਿਵੇਂ ਸੱਸਾ ਦੇ ਕਹਿ ਕੇ ਅੱਗੇ ਗੱਲ ਕੀਤੀ ਗਈ ਹੈ ਜਾਂ ਭੱਬਾ ਕਹਿ ਕੇ ਗੱਲ ਕੀਤੀ ਗਈ ਹੈ ਮੰਮਾ ਕਹਿ ਕੇ ਗੱਲ ਕੀਤੀ ਗਈ ਹੈ ਸੱਸਾ ਮੰਮਾ ਭੱਬਾ ਇਹਨਾਂ ਦਾ ਆਪਣੇ ਆਪ ਵਿੱਚ ਕੋਈ ਮੀਨਿੰਗ ਕਰਨ ਲੱਗਿਆ ਕੋਈ ਰੈਲੇਵੈਂਸ ਨਹੀਂ ਹੈ।
ਸਿਰਫ ਇੰਨਾ ਹੀ ਉਹਨਾਂ ਦਾ ਰੋਲ ਹੈ ਕਿ ਜਿਹੜੀਆਂ ਤੁਕਾਂ ਦੇ ਵਿੱਚ ਸੱਸਾ ਅੱਖਰ ਦਾ ਰੈਫਰੈਂਸ ਦਿੱਤਾ ਗਿਆ ਹੈ, ਉਹਨਾਂ ਤੁਕਾਂ ਦੇ ਵਿੱਚ ਸੱਸੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਲਫ਼ਜ਼ਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ। ਇਵੇਂ ਹੀ ਬਾਕੀ ਵਰਣਮਾਲਾ ਦੇ ਅੱਖਰਾਂ ਦੇ ਨਾਲ ਵੀ ਇਹ ਜਿਹੜਾ ਹੈ ਨਿਯਮ ਵਰਤਿਆ ਗਿਆ ਹੈ ਕਿ ਜਿਹੜੇ ਅੱਖਰ ਦੀ ਵਰਤੋਂ ਰੈਫਰੈਂਸ ਵਾਸਤੇ ਕੀਤੀ ਗਈ ਹੈ, ਉਸੇ ਅੱਖਰ ਦੇ ਸ਼ੁਰੂਆਤੀ ਲਫ਼ਜ਼ ਉਹਨਾਂ ਪੰਕਤੀਆਂ ਦੇ ਵਿੱਚ ਜ਼ਿਆਦਾ ਤੌਰ ਤੇ ਵਰਤੇ ਗਏ ਹਨ। ਇੰਨਾ ਹੀ ਉਹਨਾਂ ਦਾ ਰੋਲ ਹੈ। ਮੀਨਿੰਗ ਕਰਨ ਲੱਗਿਆਂ ਉਹਨਾਂ ਅੱਖਰਾਂ ਦਾ ਕੋਈ ਰੋਲ ਨਹੀਂ ਹੈ। 12 ਮਾਹ ਦੀ ਬਾਣੀ ਵਿੱਚ ਚਾਹੇ ਉਹ ਮਾਝ ਰਾਗ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਹੈ ਤੇ ਚਾਹੇ ਇਹ ਤੁਖਾਰੀ ਰਾਗ ਦੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜਦੋਂ ਵੀ ਅੱਗੇ ਮਹੀਨਿਆਂ ਦੇ ਨਾਮ ਆਉਣਗੇ, ਉਹ ਕੇਵਲ ਤੇ ਕੇਵਲ ਕਵਿਤਾ ਦੀ ਸ਼ੈਲੀ, ਕਵਿਤਾ ਦੀ ਜੋ ਨਿਯਮ ਨਿਯਮਾਵਲੀ ਹੈ ਮਹੀਨਿਆਂ ਦੇ ਅਨੁਸਾਰ ਚੱਲਣ ਦੀ, ਉਹਨਾਂ ਦਾ ਉਨਾ ਹੀ ਰੋਲ ਹੋਏਗਾ। ਉਹਨਾਂ ਮਹੀਨਿਆਂ ਦੇ ਨਾਵਾਂ ਦੇ ਨਾਲ ਜਾਂ ਉਹਨਾਂ ਮਹੀਨਿਆਂ ਦੇ ਵਿੱਚ ਕੋਈ ਖਾਸ ਸਪੈਸੀਫਿਕ ਜਿਹੜਾ ਉਪਦੇਸ਼ ਸਿਰਫ ਉਸ ਮਹੀਨੇ ਵਾਸਤੇ ਵੈਲਿਡ ਹੋਵੇ, ਐਸੀ ਕੋਈ ਗੱਲ ਨਹੀਂ ਹੋਏਗੀ। ਪਹਿਲੇ 4 ਪਦਿਆਂ ਦੇ ਅੰਦਰ ਜਿਹੜੀ ਹੈ ਇਸ ਬਾਣੀ ਦਾ ਜੋ ਜਿਹਨੂੰ ਕਹਿ ਸਕਦੇ ਹੋ ਪ੍ਰੀਫੇਸ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਇਹਦੇ ਮੇਨ ਜਿਹੜਾ ਮੈਸੇਜ ਹੈ ਉਹਦੇ ਬਾਰੇ ਜਨਰਲ ਵਿਚਾਰ ਪੇਸ਼ ਕੀਤੇ ਹਨ। ਮਾਝ ਰਾਗ ਦੀ ਜਿਹੜੀ ਬਾਣੀ ਹੈ ਗੁਰੂ ਅਰਜਨ ਪਾਤਸ਼ਾਹ ਦੀ, ਉਹਦੇ ਅੰਦਰ ਸਿਰਫ ਇੱਕ ਪਦਾ ਪਹਿਲਾਂ ਪ੍ਰੀਫੇਸ ਦਾ ਹੈ, ਫਿਰ 12 ਮਹੀਨਿਆਂ ਵਾਲੇ ਪਦੇ ਹਨ ਤੇ ਫਿਰ ਅਖੀਰ ਤੇ 14ਵਾਂ ਪਦਾ ਜਿਹੜਾ ਹੈ ਉਹਦੇ ਅੰਦਰ ਬਾਣੀ ਦਾ ਜਿਹੜਾ ਸਮਰੀ ਹੈ, ਸਾਰ ਹੈ, ਉਹ ਉਹਦੇ ਹੀ ਦੇ ਦਿੱਤਾ ਗਿਆ ਹੈ। ਸੋ ਇਸ ਤੁਖਾਰੀ ਰਾਗ ਦੀ ਬਾਣੀ ਦੇ ਅੰਦਰ ਇਹ ਪ੍ਰੀਫੇਸ ਦੇ 4 ਪਦੇ ਹਨ। ਪਹਿਲੇ ਪਦੇ ਦਾ ਅਸੀਂ ਪਾਠ ਕੀਤਾ ਹੈ ਤੇ ਹੁਣ ਇਸ ਦੇ ਅਸੀਂ ਇੱਕ ਇੱਕ ਪੰਕਤੀ ਕਰਕੇ ਇਹਦੇ ਅਰਥ ਦੇ ਵਿਚਾਰ ਕਰਾਂਗੇ। ਸੋ ਪਹਿਲੇ ਪਦੇ ਦੇ ਅੰਦਰ ਗੁਰੂ ਪਾਤਸ਼ਾਹ ਫਰਮਾ ਰਹੇ ਹਨ, ਤੂੰ ਸੁਨ ਕਿਰਤ ਕਰਮਾ ਪੁਰਬ ਕਮਾਇਆ। ਇਸ ਦੀ ਸ਼ੁਰੂਆਤ ਵਿੱਚ ਹੀ ਗੁਰੂ ਸਾਹਿਬ ਗੱਲ ਕਰ ਰਹੇ ਹਨ, ਤੂੰ ਸੁਨ। डिस्प्ले करवा दिओ जी सामने। तू सुन, सैकेंड परसन संबोधन की गल है, तू करके गल परमात्मा नूं संबोधन किया है। तो इतों पहले ही एहसास हो जाता है कि जिवें गुरु पातशाह अपने आप नूं परमात्मा की हजूरी दे विच महसूस कर रहे हैं, परमात्मा नूं संबोधन करके डायरैक्ट परमात्मा के अगे बेनती रूप विच ये गल करन जा रहे हैं, जिवें 1 to 1 डायलॉग हुंदा है। तो हे प्रभु, मेरी ये गल, मेरी ये बेनती, मेरी ये अरजोई, मेरी अरदास सुन, तू सुन। की सुन? वो पंक्ति के पिछले हिस्से दे विच गल आती है कि किरत करम्मा पुरब कमाया। किरत करम्मा का काम हुंदा है, किरत का मतलब हुंदा है कीता होया, करम्मा करम ये प्लूरल विच है, करम एक वचन, करम्मा बहुवचन। मेरे कीते हुए काम ਇਹੋ ਜਿਹੇ ਹਨ, ਪੁਰਬ ਕਮਾਇਆ। ਪੁਰਬ ਦਾ ਅਰਥ ਹੁੰਦਾ ਹੈ ਪੂਰਬਲਾ, ਪਹਿਲਾ। ਆਮ ਤੌਰ ਤੇ ਇਹਦੇ ਅਰਥ ਕੀਤੇ ਜਾਂਦੇ ਹਨ ਪੂਰਬਲੇ ਜਨਮਾਂ ਦੇ ਭਾਵ ਪਿਛਲੇ ਜਨਮਾਂ ਦੇ ਨਾਲ। ਬਹੁਤਾਤ ਵਿੱਚ ਪੁਰਾਣੇ ਸਮੇਂ ਤੋਂ ਜੋ ਅਸੀਂ ਅਰਥ ਪੜ੍ਹਦੇ ਆਏ ਹਾਂ, ਉਹ ਬਹੁਤੇ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਹਨ ਕਿ ਪਿਛਲੇ ਜਨਮਾਂ ਦੇ, ਪੁਰਾਣੇ ਪੂਰਬਲੇ ਜਨਮਾਂ ਦੇ। पर अजकल कई सारे नवे विद्वान, मॉडर्न जमाने के विद्वान जिहड़े ज़्यादा ज्ञानवान आखे जाते हैं या अपने आप नूं ज़्यादा अज की पढ़ाई के नाल फैमिलीयर, अज के नॉलेज के नाल फैमिलीयर जानते हैं अपने आप नूं, उस तरह का प्रोजेक्ट करते हैं। उन्होंने ये अर्थ बदलने शुरू कर दिते हैं तो वो ये अर्थ करते हैं जी कोई पिछले जन्म का कोई नहीं पता सानू, बल्कि कई तो यह दावा ही करते हैं कोई पिछला जन्म नहीं है, कोई अगला जन्म नहीं है, जो है ही जन्म है। ये विचार उन्होंने किवें बनिया, किस आधार के उत्ते बनिया, मेरी समझ तो अज तक नहीं आया है, पर वो विद्वान लोग हैं, उन्होंने विचार अपना लिया है और वो मुताबिक ही वो अपनी व्याख्या बाणी की करते हैं। जिथे किधरे भी वख-वख जन्मां की गल आती है, वो कहते हैं कि ये जन्म इसे जन्म का ही हिस्सा है, मन मरदा है, मन जमदा है, ये सब कुछ इसे जन्म ही हो रहा है। तो वो वाली एक्सप्लेनेशन मैं समझने की बड़ी कोशिश कर रहा हाँ, पर अज तक मेरी समझ आई नहीं है। तो एक बार अगे भी असीं इस क्लास में जिक्र किया सीगा कि ये मनुखा जन्म जिहड़ा है
ਇਹਦੀ ਤੁਲਨਾ ਅਸੀਂ ਇੱਕ ਲਾਈਨ ਸੈਗਮੈਂਟ ਦੇ ਨਾਲ ਕਰ ਸਕਦੇ ਹਾਂ। ਲਾਈਨ ਇਨਫਾਈਨਾਈਟ ਹੁੰਦੀ ਹੈ, ਸੈਗਮੈਂਟ ਦੇ ਦੋ ਐਂਡਸ ਡਿਫਾਈਨਡ ਹੁੰਦੇ ਹਨ। ਅਸੀਂ ਕਹਿੰਦੇ ਹਾਂ ਲਾਈਨ AB, ਉਹਦਾ ਭਾਵ ਇਹ ਹੁੰਦਾ ਹੈ ਕਿ ਇਹ ਲਾਈਨ ਦਾ ਸੈਗਮੈਂਟ ਜਿਹੜਾ ਹੈ ਇਹ A ਤੋਂ ਲੈ ਕੇ B ਤੱਕ ਜਾਂਦਾ ਹੈ, ਇਹਦੀ ਇੰਨੀ ਲੈਂਥ ਹੈ, ਇਹ ਇਸ ਦਾ ਨਾਪ ਹੈ। ਪਰ ਇਹ ਅਸੀਂ ਕਦੀ ਨਹੀਂ ਕਹਿੰਦੇ ਕਿ ਅਸੀਂ ਲਾਈਨ ਪੂਰੀ ਨਾਪ ਲਈ ਹੈ। ਲਾਈਨ ਦਾ ਕੋਈ ਬਿਗਨਿੰਗ ਜਾਂ ਐਂਡ ਜਿਹੜਾ ਹੈ ਉਹ ਅਸੀਂ ਡਿਫਾਈਨ ਨਹੀਂ ਕਰ ਪਾਉਂਦੇ। ਮੇਰੀ ਸਮਝ ਮੁਤਾਬਕ ਜਿੰਨਾ ਕੋ ਅੱਜ ਤੱਕ ਮੈਨੂੰ ਸਮਝ ਆਈ ਹੈ ਕਿ ਮਨੁੱਖਾ ਜੀਵਨ ਵੀ ਇਸ ਲਾਈਨ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ, ਜਿਹਦੇ ਬਿਗਨਿੰਗ ਔਰ ਐਂਡ ਦੀ ਨੌਲੇਜ ਸਾਨੂੰ ਨਹੀਂ ਹੈ। ਹੋਏਗੀ ਕੋਈ ਸ਼ਾਇਦ, ਪਰ ਸਾਨੂੰ ਪਤਾ ਨਹੀਂ ਹੈ। ਜੋ ਸਾਨੂੰ ਸਮਝ ਆਉਂਦਾ, ਸਾਡਾ ਜਿਹੜਾ ਸਕੋਪ ਆਫ ਵਿਜ਼ਨ ਹੈ, ਉਹ ਮਨੁੱਖ ਦੇ ਜਨਮ ਤੋਂ ਲੈ ਕੇ ਮਨੁੱਖ ਦੀ ਸਰੀਰਕ ਜਨਮ ਤੋਂ ਲੈ ਕੇ ਤੇ ਮਨੁੱਖ ਦੀ ਸਰੀਰਕ ਮੌਤ ਤੱਕ ਸਾਡਾ ਨੌਲੇਜ ਦਾ ਸਪੈਨ ਹੈ, ਸਾਡਾ ਉਨਾ ਹੀ ਸਕੋਪ ਹੈ, ਉਨਾ ਹੀ ਸਾਨੂੰ ਸਮਝ ਹੈ। ਇਸ ਤੋਂ ਪਹਿਲੇ ਦਾ ਕਈ ਕੁਝ ਹੋਏਗਾ ਜਿਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ। ਸਾਡੀ ਮੌਤ ਤੋਂ ਮਗਰੋਂ ਵੀ ਕੁਝ ਹੋਏਗਾ ਜਿਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ। ਡੈਫੀਨੇਟਲੀ ਮੈਂ ਦਾਅਵਾ ਕਰਕੇ ਕਹਾਂ ਕਿ ਜੀ ਮੈਂ ਡੈਫੀਨੇਟਲੀ ਕਹਿ ਸਕਦਾ ਹਾਂ ਕਿ ਮੇਰੇ ਇਸ ਜਨਮ ਤੋਂ ਪਹਿਲਾਂ ਮੇਰੇ ਹੋਰ ਵੀ ਜਨਮ ਸੀਗੇ। ਇਹ ਮੇਰੇ ਵੱਸ ਦੀ ਗੱਲ ਨਹੀਂ ਹੈ, ਮੇਰੇ ਵੱਲੋਂ ਕਹਿਣੀ ਬਣਦੀ ਨਹੀਂ ਹੈ। ਹੋ ਸਕਦਾ ਹੈ ਹੋਏ ਹੋਣਗੇ, ਕਿਹੜੇ ਜਨਮ ਸਨ, ਕਿੰਨੇ ਜਨਮ ਸਨ, ਕਿਸ ਤਰ੍ਹਾਂ ਦੇ ਸਨ, ਕਿਹੜੀਆਂ ਜੂਨੀਆਂ ਸੀ, ਇਹਦੀ ਪੋਸਿਬਿਲਿਟੀ ਹੈ, ਪਰ ਮੈਨੂੰ ਪਤਾ ਨਹੀਂ ਹੈ ਉਹਦੇ ਬਾਰੇ। ਮੇਰੀ ਜਦੋਂ ਸਰੀਰਕ ਮੌਤ ਹੋਏਗੀ, ਉਸ ਤੋਂ ਬਾਅਦ ਮੇਰੇ ਹੋਰ ਵੀ ਕਈ ਜਨਮ ਹੋ ਸਕਦੇ ਹਨ, ਹੋ ਸਕਦਾ ਹੈ ਮੈਂ ਹੋਰ ਜਨਮਾਂ ਵਿੱਚ ਫਿਰ ਭਟਕਾਂ। ਕੀ ਹੋਏਗਾ, ਕਿਹੜੇ ਤਰ੍ਹਾਂ ਦੇ ਜਨਮ ਹੋਣਗੇ, ਮੈਂ ਇਹਦੇ ਬਾਰੇ ਕੁਝ ਦੱਸ ਨਹੀਂ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ ਹੈ। ਮੁਮਕਿਨ ਹੈ ਕਿ परमात्मा मेरे ते बख्शिश करे ਤੇ ਮੇਰੇ ਜਨਮ ਮਰਨ ਦਾ ਗੇੜ ਕੱਟ ਦੇਵੇ ਤੇ ਮੈਨੂੰ ਅੱਗੋਂ ਜਨਮ ਨਾ ਮਿਲੇ, ਇਹ ਵੀ ਮੁਮਕਿਨ ਹੈ, ਪਰ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੈ, ਮੈਂ ਦਾਅਵਾ ਨਹੀਂ ਕਰ ਸਕਦਾ। ਸੋ ਮੇਰੀ ਨੌਲੇਜ ਦਾ ਜੋ ਸਕੋਪ ਹੈ ਉਹ ਮੇਰੇ ਜਨਮ, ਸਰੀਰਕ ਜਨਮ ਤੋਂ ਲੈ ਕੇ ਮੇਰੀ ਸਰੀਰਕ ਮੌਤ ਤੱਕ ਸੀਮਿਤ ਹੈ, ਮੈਨੂੰ ਇੰਨਾ ਹੀ ਪਤਾ ਹੈ। ਤੇ ਉਹਦੇ ਵਿੱਚੋਂ ਵੀ ਜਿੰਨਾ ਸਮਾਂ ਹੁਣ ਤੱਕ ਦਾ ਬੀਤਿਆ ਹੈ, ਮੈਨੂੰ ਉਹਦੇ ਬਾਰੇ ਹੀ ਲਿਮਿਟਿਡ ਦੀ ਨੌਲੇਜ ਹੈ। ਮੇਰੇ ਹੁਣ ਇਸ ਪਲ ਤੋਂ ਬਾਅਦ ਮੇਰੇ ਨਾਲ ਕੀ ਬੀਤਣਾ ਹੈ, ਮੈਂ ਕੀ ਕੁਝ ਕਰਾਂਗਾ, ਮੈਂ ਉਹਦੇ ਬਾਰੇ ਵੀ ਕੁਝ ਦਾਅਵੇ ਨਾਲ ਡੈਫੀਨੇਟਲੀ ਨਹੀਂ ਕਹਿ ਸਕਦਾ। ਮੇਰੇ ਵਿੱਚ ਕਿੰਨੇ ਕੁਝ ਕੰਮ ਕਰਨ ਦੀ ਸਮਰੱਥਾ ਅੱਗੋਂ ਰਹੇਗੀ, ਕਿਹੋ ਜੀ ਮੇਰੀ ਸਿਹਤ ਰਹੇਗੀ, ਕਿਹੋ ਜਿਹਾ ਮੇਰਾ ਦਿਮਾਗੀ ਸੰਤੁਲਨ ਰਹੇਗਾ, ਕਿੰਨਾ ਕੁ ਮੇਰਾ ਗਿਆਨ ਮੇਰਾ ਸਾਥ ਦੇਗਾ, ਮੇਰੇ ਸਰੀਰ ਦੇ, ਮੇਰੀ ਦਿਮਾਗ ਦੇ ਅੰਗ ਮੇਰਾ ਸਾਥ ਦੇਣਗੇ, ਮੈਂ ਇਹਦੇ ਬਾਰੇ ਦਾਅਵੇ ਨਾਲ ਕੁਝ ਨਹੀਂ ਕਹਿ ਸਕਦਾ। ਸੋ ਮੈਨੂੰ ਜਿਹੜਾ ਸਮਾਂ ਮੇਰੇ ਜੀਵਨ ਦਾ ਬੀਤ ਚੁੱਕਾ ਹੈ ਉਹਦੇ ਬਾਰੇ ਕੁਝ ਗਿਆਨ ਹੈ, ਤੇ ਹੁਣ ਤੱਕ ਜੋ ਮੇਰੇ ਨਾਲ ਵਾਪਰਿਆ ਹੈ ਉਹਦੇ ਬਾਰੇ ਗਿਆਨ ਹੈ। ਅੱਗੋਂ ਕੀ ਹੋਣ ਵਾਲਾ ਹੈ ਮੇਰੇ ਬਾਕੀ ਬਚੇ ਹੋਏ ਜੀਵਨ ਦੇ ਵਿੱਚ, ਮੈਂ ਉਹਦੇ ਬਾਰੇ ਵੀ ਦਾਅਵੇ ਨਾਲ ਕੁਝ ਨਹੀਂ ਕਹਿ ਸਕਦਾ। ਉਹ ਪਿਛਲੇ ਬੀਤ ਚੁੱਕੇ ਜਨਮਾਂ ਜਾਂ ਆਉਣ ਵਾਲੇ ਜਨਮਾਂ ਬਾਰੇ ਤਾਂ ਮੇਰੀ ਨੌਲੇਜ ਬਿਲਕੁਲ ਹੀ ਜ਼ੀਰੋ ਹੈ। ਪਰ ਗੁਰਬਾਣੀ ਵਿੱਚ ਅਨੇਕਾਂ ਥਾਈਂ ਇਹ ਸੰਕੇਤ ਮਿਲਦੇ ਹਨ ਕਿ ਇਹ ਮਨੁੱਖਾ ਜੂਨੀ ਬੜੀ ਦੁਰਲਭ ਹੈ, ਬੜੀ ਮੁਸ਼ਕਿਲਾਂ ਨਾਲ ਮਿਲਦੀ ਹੈ। ਮਨੁੱਖ ਕਈ ਜੂਨੀਆਂ ਚੋਂ ਭਟਕ ਕੇ ਇਹ ਮਨੁੱਖਾ ਜੂਨੀ ਪ੍ਰਾਪਤ ਕਰਦਾ ਹੈ, ਤੇ ਜੇ ਇਸ ਜਨਮ ਨੂੰ ਉਹ ਆਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਦੀ ਸਫਲਤਾ ਵਿੱਚ ਨਹੀਂ ਕਰਦਾ, ਨਹੀਂ ਬਿਤਾਉਂਦਾ ਉਸ ਮਕਸਦ ਦੀ ਪ੍ਰਾਪਤੀ ਵਾਸਤੇ, ਤਾਂ ਉਹਨੂੰ ਅੱਗੋਂ ਵੀ ਕਈ ਦੁਨੀਆ 'ਚ ਭਟਕਣਾ ਪੈ ਸਕਦਾ ਹੈ। ਇਸ ਗੱਲ ਦੇ ਇਸ਼ਾਰੇ ਗੁਰਬਾਣੀ ਵਿੱਚ ਅਨੇਕਾਂ ਵਾਰ ਮਿਲਦੇ ਹਨ। ਸੋ ਜਿੱਤਕਰ ਗੱਲ ਹੈ ਪੁਰਬ ਕਮਾਇਆ ਦੀ, ਤਾਂ ਪੁਰਬ ਦਾ ਜੋ ਅਖਰੀ ਅਰਥ ਹੈ ਉਹ ਹੈ ਪਹਿਲੋਂ ਦਾ, ਹੁਣ ਤੋਂ ਪਹਿਲੇ। ਇਹ ਪਹਿਲੇ ਦਾ ਸਮਾਂ ਮੇਰੇ ਇਸ ਜੀਵਨ ਦਾ ਪਾਰਟ ਵੀ ਹੋ ਸਕਦਾ ਹੈ, ਤੇ ਮੇਰੇ ਇਸ ਜਨਮ ਤੋਂ ਪਹਿਲੇ ਦਾ ਸਮਾਂ ਵੀ ਹੋ ਸਕਦਾ ਹੈ। ਉਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ, ਪਰ ਇੰਨਾ ਸ਼ੋਰ ਹੈ ਕਿ ਹੁਣ ਤੋਂ ਪਹਿਲੇ ਸਮੇਂ ਦੀ ਗੱਲ ਹੋ ਰਹੀ ਹੈ। ਉਹ ਸਮਾਂ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਉਹ ਸੀਮਿਤ ਹੈ ਸਿਰਫ ਇਸੇ ਜਨਮ ਦਾ ਹੀ, ਉਹ ਮੇਰੇ ਪਹਿਲੇ ਜਨਮਾਂ ਦੇ ਸਮੇਂ ਨਾਲ ਵੀ ਲਿੰਕ ਰੱਖ ਸਕਦਾ ਹੈ, ਜਿਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ। ਪਰ ਜਿਸਨੇ ਮੈਨੂੰ ਜਨਮ ਦਿੱਤਾ ਹੈ, ਜਿਸਨੇ ਮੇਰੀ ਸਾਜਨਾ ਕੀਤੀ ਹੈ, ਉਹਨੂੰ ਤਾਂ ਸਭ ਕੁਝ ਪਤਾ ਹੈ, ਉਹ ਜਾਣਦਾ ਹੈ। ਸੋ ਗੁਰੂ ਸਾਹਿਬ ਗੱਲ ਕਰ ਰਹੇ ਹਨ ਕਿਰਤ ਕਰਮਾਂ ਪੁਰਬ ਕਮਾਇਆ। परमात्मा ਨੂੰ ਸੰਬੋਧਨ ਕਰਕੇ ਕਹਿ ਰਹੇ ਹਨ, ਤੂੰ ਸੁਣ हे ਪ੍ਰਭੂ, ਮੇਰੀ ਇਹ ਅਰਜ਼ੋਈ, ਮੇਰੀ ਬੇਨਤੀ ਸੁਣ ਕਿ ਮੇਰੇ ਕਿਰਤ ਕਰਮਾਂ, ਮੇਰੇ ਕੀਤੇ ਹੋਏ ਕੰਮ, ਮੇਰੇ
ਪੂਰਬਲੇ ਕਰਮਾਂ ਦੇ ਪੂਰਬਲੇ ਕੀਤੇ ਹੋਏ ਕੰਮਾਂ ਦੇ ਕਮਾਏ ਅਨੁਸਾਰ ਉਹਦੇ ਪ੍ਰਭਾਵ ਦੇ ਅਧੀਨ ਹੀ ਹਨ। ਔਰ ਇਹ ਬੜੀ ਲੌਜੀਕਲ ਜੀ ਗੱਲ ਹੈ ਜਿਹੜੀ ਸਹਿਜੇ ਹੀ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਜੋ ਕੁਝ ਵੀ ਅਸੀਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਕਰਦੇ ਆਏ ਹਾਂ, ਸਾਡੇ ਮਨ ਦੇ ਵਿੱਚ ਉਹਨਾਂ ਸਾਰੇ ਕੀਤੇ ਕਰਮਾਂ ਦਾ ਇੰਪੈਕਟ ਅਸਰ ਮੌਜੂਦ ਰਹਿੰਦਾ ਹੈ। ਉਹਨਾਂ ਵਿੱਚੋਂ ਬਹੁਤ ਕੁਝ ਸਾਡੀ ਯਾਦ ਦਾ ਹਿੱਸਾ ਵੀ ਬਣਿਆ ਰਹਿੰਦਾ ਹੈ। ਕਈ ਚੀਜ਼ਾਂ ਅਸੀਂ ਭੁੱਲ ਵੀ ਜਾਂਦੇ ਹਾਂ, ਪਰ ਸਾਡੀ ਕੌਨਸ਼ੀਅਸਨੈਸ ਦਾ, ਸਾਡੇ ਮਨ ਦਾ ਉਹ ਭਾਗ ਬਣੇ ਰਹਿੰਦੇ ਹਨ। ਜਿਹੜੀਆਂ ਚੀਜ਼ਾਂ ਸਾਡੀ ਦਿਮਾਗ ਦੀ, ਸਾਡੀ ਸੋਚ ਦੇ ਵਿੱਚੋਂ ਕਈ ਨਿਕਲ ਵੀ ਗਈਆਂ ਹਨ, ਸਾਨੂੰ ਭੁੱਲ ਗਈਆਂ ਹਨ। ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਅਸੀਂ ਐਸੇ ਕੰਮ ਕੀਤੇ ਹੁੰਦੇ ਹਨ, ਕੁਝ ਇਨਸੀਡੈਂਟ ਸਾਡੀ ਲਾਈਫ ਵਿੱਚ ਬੀਤੇ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ਸਾਨੂੰ ਚੇਤਾ ਨਹੀਂ ਆਉਂਦਾ, ਭੁੱਲਿਆ ਹੁੰਦਾ ਸਾਡੀ ਯਾਦ ਸ਼ਕਤੀ ਵਿੱਚੋਂ। ਕੋਈ ਬੰਦਾ ਫਿਰ ਨਾ ਥੋੜਾ ਜਿਹਾ ਕੋਈ ਰੈਫਰੈਂਸ ਦਿੰਦਾ ਹੈ, ਥੋੜੀ ਜਿਹੀ ਡਿਸਕ੍ਰਿਪਸ਼ਨ ਦਿੰਦਾ ਹੈ, ਤੇ ਫਿਰ ਕਿਧਰੋਂ ਸਾਡੇ ਦਿਮਾਗ ਦੇ ਵਿੱਚੋਂ ਉਹਦਾ ਲਿੰਕ ਜੁੜ ਜਾਂਦਾ ਹੈ ਤੇ ਸਾਨੂੰ ਉਹ ਗੱਲ ਚੇਤੇ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਹੁਣ ਮੈਨੂੰ ਯਾਦ ਆ ਗਈ, ਇਹ ਕੰਮ ਤੇ ਹੋਇਆ ਸੀਗਾ, ਇਹ ਘਟਨਾ ਘਟੀ ਸੀਗੀ, ਹੁਣ ਮੈਨੂੰ ਗੱਲ ਯਾਦ ਆ ਗਈ ਹੈ। ਤੋ ਉਹ ਯਾਦਦਾਸ਼ਤ ਦੇ ਵਿੱਚ ਵੀ ਸਾਡੀ ਕਿਧਰੇ ਪਈ ਹੋਈ ਸੀ ਗੱਲ, ਪਰ ਸਾਡੇ ਉਹ ਰੀਚ ਵਿੱਚ ਨਹੀਂ ਸੀ। ਮਾਨੋ ਜਿਵੇਂ ਕੰਪਿਊਟਰ ਦੀ ਕੋਈ ਫਾਈਲ ਸਟੋਰੇਜ ਵਿੱਚ ਪਈ ਤਾਂ ਹੋਈ ਹੈ, ਪਰ ਉਹਦਾ ਲਿੰਕ ਗਵਾਚਿਆ ਹੋਇਆ ਹੈ, ਸਾਨੂੰ ਪਤਾ ਨਹੀਂ ਹੈ ਕਿ ਕਿਸ ਨਾਮ ਤੇ ਅਸੀਂ ਸਟੋਰ ਕੀਤੀ ਸੀ, ਕਿਹੜੀ ਲੋਕੇਸ਼ਨ ਤੇ ਸਟੋਰ ਕੀਤੀ ਸੀ। ਸੋ ਸਾਨੂੰ ਉਹ ਚੀਜ਼ਾਂ ਭੁੱਲੀਆਂ ਹੋਈਆਂ ਤੇ ਅਸੀਂ ਲੱਭਣਾ ਚਾਹੀਏ ਵੀ ਸਾਨੂੰ ਉਹ ਫਾਈਲ ਲੱਭਦੀ ਨਹੀਂ ਹੈ। ਸਰਚ ਕਰਨ ਦੀ ਕੋਈ ਕਮਾਂਡ ਵੀ ਅਸੀਂ ਤਾਂ ਹੀ ਪਾਵਾਂਗੇ ਜੇ ਸਾਨੂੰ ਉਹਦਾ ਕੋਈ ਰੈਫਰੈਂਸ ਤਾਂ ਚੇਤੇ ਹੋਵੇ, ਕੋਈ ਡੇਟ ਯਾਦ ਹੋਵੇ, ਕੋਈ ਉਹਦਾ ਕੋਈ ਪ੍ਰਿੰਸੀਪਲ ਨੇਮ ਜਾਂ ਉਹਦਾ ਕੋਈ ਸੈਕੰਡਰੀ ਨੇਮ ਸਾਡੇ ਧਿਆਨ ਵਿੱਚ ਹੋਵੇ। ਜੇ ਸਾਨੂੰ ਉਸ ਫਾਈਲ ਦਾ ਨਾਮ ਪ੍ਰਾਇਮਰੀ ਜਾਂ ਸੈਕੰਡਰੀ ਨੇਮ ਚੇਤੇ ਹੀ ਨਾ ਹੋਵੇ ਤਾਂ ਅਸੀਂ ਉਹਨੂੰ ਲੱਭਾਂਗੇ ਕਿਵੇਂ? ਤੋ ਫਿਰ ਕਈ ਵਾਰੀ ਹੁੰਦਾ ਹੈ ਕਿ ਇਨਸੀਡੈਂਟਲੀ ਸਰਚ ਕਰਦਿਆਂ ਕਿਧਰੇ ਬਾਈ ਚਾਂਸ ਉਹ ਸਾਨੂੰ ਕੋਈ ਫਾਈਲ ਦਾ ਨਾਮ ਇਹੋ ਜਿਹਾ ਨਜ਼ਰ ਆ ਜਾਂਦਾ ਹੈ ਜਿਹੜਾ ਕੋਈ ਲਿੰਕ ਸਾਡੇ ਮਨ ਦੇ ਸੁੱਤੀ ਹੋਈ ਯਾਦ ਨੂੰ ਜਗਾ ਦਿੰਦਾ ਹੈ, ਤੇ ਫਿਰ ਉਹ ਫਾਈਲਸ ਅਸੀਂ ਖੋਲ ਲੈਂਦੇ ਹਾਂ ਤੇ ਸਾਡੇ ਸਾਹਮਣੇ ਉਹ ਆ ਜਾਂਦੀ ਹੈ। ਤੋ ਮਨੁੱਖੀ ਯਾਦ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਹਨ, ਪਰ ਉਹ ਚੀਜ਼ ਜੋ ਸਾਡੀ ਸਟੋਰੇਜ ਵਿੱਚ ਪਈ ਹੋਈ ਸੀਗੀ ਉਹ ਜਾਂਦੀ ਨਹੀਂ ਹੈ, ਉਹ ਉਹਦਾ ਪਾਰਟ ਹੈ। ਜਿਵੇਂ ਕੰਪਿਊਟਰ ਦੀ ਡਾਟਾ ਸਟੋਰੇਜ ਦੇ ਵਿੱਚ ਉਹ ਫਾਈਲ ਪਈ ਤੇ ਹੋਈ ਸੀਗੀ, ਸਾਨੂੰ ਨਜ਼ਰ ਨਹੀਂ ਸੀ ਆ ਰਹੀ, ਸਾਡੇ ਸਰਚ ਵਿੱਚ ਵੀ ਨਹੀਂ ਸੀ ਆ ਰਹੀ, ਪਰ ਹੈ ਤਾਂ ਸੀ ਨਾ, ਮੌਜੂਦ ਸੀ। ਤੋ ਇਵੇਂ ਹੀ ਸਾਡੇ ਕੀਤੇ ਹੋਏ ਪੂਰਬਲੇ ਸਮੇਂ ਦੇ ਸਾਰੇ ਕੰਮ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ ਮੌਜੂਦ ਹੈ। ਤੇ ਇਹ ਵੀ ਪ੍ਰੋਬੇਬਿਲਿਟੀ ਹੈ, ਹਾਲਾਂਕਿ ਇਹਦੀ ਸਾਨੂੰ ਸਮਝ ਨਹੀਂ ਹੈ ਕਿ ਜੋ ਸਾਡੇ ਪਿਛਲੇ ਜਨਮਾਂ ਦੇ ਵਿੱਚ ਸਾਡੇ ਕੀਤੇ ਹੋਏ ਕੰਮ ਸੀਗੇ, ਉਹਨਾਂ ਦੇ ਸੰਸਕਾਰ ਵੀ ਸਾਡੀ ਜਿਹੜੀ ਇਸ ਮਨੁੱਖੀ ਸਰੀਰ ਦੇ ਅੰਦਰ ਜੋ ਪ੍ਰਭੂ ਨੇ ਆਪਣੀ ਜੋਤ ਦੇ ਰੂਪ ਵਿੱਚ ਸਾਨੂੰ ਜੋ ਜੀਵਨ ਦਿੱਤਾ ਹੈ, ਜੋ ਜੀਓ ਪਾਇਆ ਹੈ, ਇਸ ਪਿੰਡ ਦੇ ਅੰਦਰ ਜੋ ਜੀਓ ਪਾਇਆ ਗਿਆ ਹੈ ਪ੍ਰਭੂ ਵੱਲੋਂ, ਉਸ ਜੀਓ ਦੇ ਨਾਲ ਉਹ ਸੰਸਕਾਰ ਵੀ ਇੱਕ ਸਟੋਰੇਜ ਨੂੰ ਨਾਲ ਲੈ ਕੇ ਸਾਡੇ ਉਸ ਜੀਓ ਦੇ ਵਿੱਚ ਨਾਲ ਹੀ ਆਏ ਹੋਣ। ਇਹ ਵੀ ਮੁਮਕਿਨ ਹੈ, ਇਹਦੇ ਤੋਂ ਅਸੀਂ ਡਿਨਾਈ ਨਹੀਂ ਕਰ ਸਕਦੇ। ਸੋ ਪੁਰਬ ਕਮਾਇਆ ਹੁਣ ਤੋਂ ਪਹਿਲੇ ਦੇ ਕੀਤੇ ਹੋਏ ਕੰਮਾਂ ਨੂੰ ਰੈਫਰ ਕਰਦਾ ਹੈ। ਉਹ ਇਸ ਮਨੁੱਖਾ ਜਨਮ ਦਾ ਹਿੱਸਾ ਵੀ ਹੋ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਦੇ ਵੀ ਨਾਲ ਹੋ ਸਕਦੇ ਹਨ। ਸੋ ਸਿਧਾਂਤ ਰੂਪ ਵਿੱਚ ਜਿਹੜੀ ਗੱਲ ਇਸ ਪੰਕਤੀ 'ਚ ਗੁਰੂ ਸਾਹਿਬ ਨੇ ਸਮਝਾਈ ਹੈ, ਪਰਮਾਤਮਾ ਦੇ ਅੱਗੇ ਰਜ਼ੋਈ ਕਰਦਿਆਂ ਕਹਿ ਰਹੇ ਹਨ, ਇਹ ਪ੍ਰਭੂ ਮੇਰੀ ਬੇਨਤੀ ਸੁਣ ਕਿ ਮੇਰੇ ਪਹਿਲੇ ਦੇ ਕਮਾਏ ਹੋਏ ਕੀਤੇ ਕਰਮਾਂ ਦੇ ਅਨੁਸਾਰ ਹੀ ਮੇਰੇ ਹੁਣ ਦੇ ਕਰਮ ਹੋ ਰਹੇ ਹਨ, ਅਤੇ ਫਿਰ ਉਹਦੇ ਕਰਕੇ ਹੁੰਦਾ ਕੀ ਹੈ, ਸਿਰ ਸਿਰ ਸੁਖ ਸਹਾਮਾ ਦੇਹ ਸੁਤੂ ਭਲਾ। ਇਹ ਤੇਰਾ ਅਟਲ ਨਿਯਮ ਹੈ, ਤੇਰੇ ਬਣਾਇਆ ਹੋਇਆ ਕਾਨੂੰਨ ਹੈ, ਤੇਰੀ ਬਣਾਈ ਹੋਈ ਮਰਿਆਦਾ ਹੈ। ਇਹ ਸਿਰ ਹਰੇਕ ਜੀਵ ਦੇ ਸਿਰ ਦੇ ਉੱਤੇ ਉਹਦੇ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਸੁਖ ਸਹਾਮਾ, ਤੂੰ ਉਹਨੂੰ ਸੁਖ ਵੀ ਦਿੰਦਾ ਹੈ ਤੇ ਸਹਿਮ ਭਾਵ ਡਰ ਪੈਦਾ ਕਰਨ ਵਾਲੇ ਜਿਹੜੇ ਇਵੈਂਟਸ ਨੇ, ਦੁੱਖ ਨੇ, ਉਹ ਵੀ ਦਿੰਦਾ ਹੈ। ਸੁੱਖ ਵੀ ਦਿੰਦਾ ਹੈ, ਦੁੱਖ ਵੀ ਦਿੰਦਾ ਹੈ। ਸਭ ਜੀਵਾਂ ਨੂੰ ਸਿਰ ਹਰ ਜੀਵ ਨੂੰ ਉਹਦੇ ਆਪਣੇ ਆਪਣੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਸੁੱਖ ਔਰ ਦੁੱਖ ਤੂੰ ਉਹਨਾਂ ਜੀਵਾਂ ਨੂੰ ਦਿੰਦਾ ਹੈ, ਜਿਹੋ ਜਿਹੇ ਉਹਨਾਂ ਨੇ ਕੰਮ ਕੀਤੇ ਨੇ ਉਹਦੇ ਮੁਤਾਬਕ। ਦੇਹ ਸੁਤੂ ਭਲਾ, ਜੋ ਤੂੰ ਦਿੰਦਾ ਹੈ ਉਹ ਬਹੁਤ ਭਲਾ ਹੈ,
वो तेरी रजा के अनुकूल है, तेरे बनाए हुए नियमों के, तेरे हुक्म के अधीन है। ਤੇ ਗੁਰੂ ਪਾਤਸ਼ਾਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਸਿਧਾਂਤ ਜੋ ਜਪ ਦੇ ਪਹਿਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤਾ ਸੀ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਮੁੱਢ ਕਦੀਮ ਤੋਂ ਸਾਡੇ ਨਾਲ ਲਿਖਿਆ ਹੋਇਆ ਪ੍ਰਭੂ ਵੱਲੋਂ ਇਹ ਮਰਿਆਦਾ ਬਣੀ ਹੋਈ ਹੈ ਕਿ ਪ੍ਰਮਾਤਮਾ ਦੀ ਉਸ ਰਜ਼ਾ ਦੇ ਵਿੱਚ ਅਸੀਂ ਉਹਦੇ ਹੁਕਮ ਦੇ ਵਿੱਚ ਰਾਜ਼ੀ ਰਹਿਣਾ ਹੈ, ਉਹਦੀ ਰਜ਼ਾ ਵਿੱਚ ਚੱਲਣਾ ਹੈ। ਤਾਂ ਇੱਥੇ ਵੀ ਉਸ ਰਜ਼ਾ ਦੀ ਗੱਲ ਦਾ ਸਿਧਾਂਤ ਜਿਹੜਾ ਹੈ ਉਹਦੇ ਅੱਗੇ ਸੀਸ ਝੁਕਾਉਂਦੇ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਹਨ, ਦੇਹ ਸੁਤੂ ਭਲਾ, ਜੋ ਤੂੰ ਸੁਖ ਦਿੰਦਾ ਹੈ, ਦੁੱਖ ਦਿੰਦਾ ਹੈ, ਜੋ ਕੁਝ ਵੀ ਦਿੰਦਾ ਹੈ ਉਹ ਭਲਾ ਹੈ, ਉਹ ਚੰਗਾ ਹੈ, ਉਹ ਠੀਕ ਹੈ। ਸੋ ਪਹਿਲੀਆਂ ਦੋ ਪੰਕਤੀਆਂ ਦੇ ਅੰਦਰ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਹਾਜ਼ਰ ਕਰਕੇ ਗੁਰੂ ਪਾਤਸ਼ਾਹ ਅਰਜ਼ੋਈ ਅਰਦਾਸ ਦੀ ਭਾਵਨਾ ਦੇ ਵਿੱਚ ਸਾਨੂੰ ਲਿਆਉਣ ਦਾ ਯਤਨ ਕਰ ਰਹੇ ਹਨ ਅਤੇ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਮਾਹੌਲ ਕ੍ਰੀਏਟ ਕਰ ਰਹੇ ਹਨ ਕਿ ਜੋ ਪਰਮਾਤਮਾ ਕਰਦਾ ਹੈ ਉਹ ਭਲਾ ਹੀ ਹੁੰਦਾ ਹੈ, ਉਹ ਉਹਦੇ ਹੁਕਮ ਦੇ ਅਧੀਨ ਹੁੰਦਾ ਹੈ, ਉਹਦਾ ਹੁਕਮ ਸਭ ਦੇ ਉੱਤੇ ਵਰਤਦਾ ਹੈ। ਹਰ ਇੱਕ ਜੀਵ ਨੂੰ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਸੁੱਖ ਔਰ ਦੁੱਖ ਪ੍ਰਾਪਤ ਹੁੰਦੇ ਹਨ। ਇਹ ਜੀਵਨ ਦਾ ਚਾਲ ਚਲਨ ਹੈ, ਇਹ ਪਰਮਾਤਮਾ ਦਾ ਹੁਕਮ ਹੈ ਜੋ ਵਰਤਦਾ ਹੈ। ਅੱਗੇ ਹੁਣ ਇਸੇ ਗੱਲ ਨੂੰ ਅੱਗੇ ਤੋਰਦੇ ਹਨ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। हे ਪ੍ਰਭੂ, ਹੁਣ ਵੀ ਸੈਕੰਡ ਪਰਸਨ ਵਿੱਚ ਪ੍ਰਭੂ ਨੂੰ ਸੰਬੋਧਨ ਕਰਕੇ 1-to-1 ਡਾਇਲੌਗ ਜਿਹੜਾ ਹੈ ਉਹ ਚੱਲ ਰਿਹਾ ਹੈ। ਹਰ ਰਚਨਾ ਤੇਰੀ, हे हरि, तेरी रची हुई रचना, तेरी क्रिएशन, जो कुछ तू पैदा दुनिया च कीता है, इस सृष्टि च पैदा कीता है, ਮੈਨੂੰ ਤਾਂ ਉਹੀ ਕੁਝ ਹੀ ਨਜ਼ਰ ਆ ਰਿਹਾ ਹੈ ਤੇ ਮੇਰੀ ਸੂਰਤ ਵੀ ਉਹਦੇ ਵਿੱਚ ਹੀ ਰੁੱਝੀ ਹੋਈ ਹੈ। ਮੈਨੂੰ ਉਸ ਤੋਂ ਇਲਾਵਾ ਹੋਰ ਕੁਝ ਸੁਝਦਾ ਨਹੀਂ ਹੈ। ਮੇਰੀ ਇੰਨੀ ਪਾਇਆ ਵੀ ਨਹੀਂ ਹੈ ਕਿ ਉਸ ਤੋਂ ਉੱਤੇ ਮੈਂ ਕੁਝ ਸਮਝ ਸਕਾਂ। ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। ਤੇ ਮੈਨੂੰ ਇਹ ਖਿਆਲ ਆਉਂਦਾ ਹੈ ਕਿ ਮੇਰੀ ਤਾਂ ਇੰਨੀ ਲਿਮਿਟਿਡ ਜਿਹੀ ਸਿਰਫ ਨੈਰੋ ਸੋਚ ਹੈ, ਮੇਰੀ ਸਮਝ ਵੀ ਇੰਨੀ ਕੁ ਹੈ ਕਿ ਮੈਂ ਤੇਰੀ ਬਣਾਈ ਹੋਈ ਇਸ ਮਾਇਆ, ਇਸ ਰਚਨਾ ਦੇ ਵਿੱਚ ਹੀ ਆਪਣੇ ਆਪ ਨੂੰ ਖਚਤ ਕੀਤਾ ਹੋਇਆ ਹੈ, ਇਹਦੇ ਵਿੱਚ ਹੀ ਰੁੱਝਾ ਹੋਇਆ ਹਾਂ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਮੇਰੀ ਕੀ ਹਾਲਤ ਹੈ, ਮੇਰੀ ਕੀ ਅਵਸਥਾ ਹੈ। ਜਦ ਕਿ ਤੇਰੇ ਬਣਾਏ ਹੋਏ ਹੁਕਮ, ਤੇਰੇ ਵਰਤੇ ਹੋਏ ਹੁਕਮ ਦੇ ਅਨੁਸਾਰ ਜਿਸ ਮਕਸਦ ਵਾਸਤੇ ਤੂੰ ਮੈਨੂੰ ਇਸ ਮਨੁੱਖਾ ਜੂਨੀ ਵਿੱਚ ਭੇਜਿਆ ਸੀਗਾ, ਉਹ ਸੀ ਕਿ ਹਰ ਬਿਨ ਘੜੀ ਨਾ ਜੀਵਾਂ, ਕਿ ਤੇਰੀ ਯਾਦ ਤੋਂ ਬਿਨਾ ਮੈਂ ਇੱਕ ਪਲ ਵੀ, ਇੱਕ ਘੜੀ ਵੀ ਨਾ ਜਿਉਂਦਾ ਰਵਾਂ, ਮੇਰਾ ਜੀਵਨ ਨਾ ਬੀਤੇ। ਮੇਰੇ ਜੀਵਨ ਦਾ ਇੱਕ ਘੜੀ, ਇੱਕ ਪਲ ਸਮਾਂ ਵੀ, ਥੋੜਾ ਜਿਹਾ ਸਮਾਂ ਵੀ ਤੇਰੀ ਯਾਦ ਤੋਂ ਬਿਨਾ ਨਾ ਬਤੀਤ ਹੋਵੇ। ਇਹ ਇਸ ਪਰਪਸ ਨਾਲ, ਇਸ ਮਕਸਦ ਨਾਲ ਤੂੰ ਮੈਨੂੰ ਇਸ ਮਨੁੱਖਾ ਜਨਮ ਵਿੱਚ ਭੇਜਿਆ ਸੀਗਾ, ਪਰ ਮੈਂ ਤੇਰੀ ਰਚਨਾ ਦੇ ਵਿੱਚ, ਤੇਰੀ ਮਾਇਆ ਦੇ ਵਿੱਚ ਹੀ ਰੁੱਝਾ ਹੋਇਆ ਹਾਂ। ਇਹ ਮੇਰੀ ਕੈਸੀ ਅਵਸਥਾ ਹੈ, ਕਿਹੋ ਜਿਹੀ ਮੇਰੀ ਹਾਲਤ ਹੈ। तो अपनी जो आम दुनियादार दी जो हालत होती है कि लिव छुड़की लगी तृष्णा, माया अमर वरताया, जो ही इंसान जन्म लैंदा है माया अपना प्रभाव पा लैंदी है ते इंसान दा समा जिहड़ा है माया के प्रभाव के अधीन ही, माया के खचत होया ही बीतता जाता है। तो आम इंसान की जो अवस्था है, गुरु साहब उन्होंने अपने ਹਾਲਾਤ ਦੇ ਉੱਤੇ ਲਿਆ ਕੇ ਆਪਣੇ ਫਸਟ ਪਰਸਨ ਚ ਕਰਕੇ ਕਿਆ ਗਤ ਮੇਰੀ ਕਹਿ ਕੇ ਉਹਨੂੰ ਬਿਆਨ ਕਰ ਰਹੇ ਹਨ। ਅਸਲ ਵਿੱਚ ਉਹ ਸਾਡੇ ਦੁਨੀਆਦਾਰ ਜੀਵਾਂ ਦੀ ਹੀ ਗੱਲ ਕਰ ਰਹੇ ਹਨ ਕਿ ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾਂ। ਮੇਰੇ ਵਾਸਤੇ ਤੇਰਾ ਫਰਮਾਨ, ਤੇਰਾ ਹੁਕਮ ਤਾਂ ਇਹੀ ਸੀ ਕਿ ਮੈਂ ਹਰੀ ਦੇ ਬਿਨ ਇੱਕ ਘੜੀ ਵੀ ਨਾ ਜੀਵਾਂ, ਮੇਰਾ ਜੀਵਨ ਤੇਰੀ ਯਾਦ ਵਿੱਚ ਹੀ ਬੀਤੇ। ਪਰ ਮੇਰੀ ਕੀ ਅਵਸਥਾ ਹੈ ਕਿ ਮੈਂ ਤੇਰੀ ਰਚਨਾ ਦੇ ਨਾਲ, ਤੇਰੀ ਮਾਇਆ ਦੇ ਨਾਲ ਹੀ ਰੁੱਝਿਆ ਪਿਆ ਹਾਂ। ਕਿਹੋ ਜਿਹੀ ਮੇਰੀ ਜ਼ਿੰਦਗੀ ਹੈ, ਚੱਲ ਰਹੀ ਹੈ। ਉਸੇ ਗੱਲ ਨੂੰ ਹੁਣ ਅੱਗੇ ਹੋਰ ਅਗਲੀ ਪੰਕਤੀ 'ਚ ਬਿਆਨ ਕਰਦੇ ਹਨ। ਪ੍ਰਿਯ ਬਾਜ ਦੁਹੇਲੀ ਕੋਏ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ। ਪ੍ਰਿਯ ਬਾਜ ਦੁਹੇਲੀ, ਪ੍ਰਿਯ ਪਿਆਰੇ, ਬਾਜ ਉਸ ਤੋਂ ਬਿਨਾ, ਦੁਹੇਲੀ ਦਾ ਮਤਲਬ ਹੁੰਦਾ ਹੈ ਦੁਖੀ, ਦੁਖਦਾਈ ਅਵਸਥਾ ਵਿੱਚ। ਬੇਲੀ ਦਾ ਮਤਲਬ ਹੁੰਦਾ ਹੈ ਮਿੱਤਰ, दोस्त, सहायता करने वाला, मदद करने वाला। गुरमुख तो भाव है गुरु के सन्मुख होके अमृत पीवा।
ਹੁਣ ਉਹ ਜੋ ਉੱਪਰਲੀ ਪੰਕਤੀ 'ਚ ਗੁਰੂ ਸਾਹਿਬ ਨੇ ਅਵਸਥਾ ਬਿਆਨ ਕੀਤੀ ਹੈ ਕਿ ਕਿਆ ਗਤ ਮੇਰੀ ਹਰ ਰਚਨਾ ਤੇਰੀ ਕਿਆ ਗਤ ਮੇਰੀ, ਉਹਦਾ ਹੀ ਜੋ ਇੰਪੈਕਟ ਹੈ ਉਸੇ ਨੂੰ ਇਹਦੇ 'ਚ ਬਿਆਨ ਕਰ ਰਹੇ ਹਨ ਕਿ ਪ੍ਰੇ ਬਾਝ ਦੁਹੇਲੀ, ਹੁਣ ਤੇਰੀ ਯਾਦ ਤੋਂ ਵਿਛੜਿਆ ਹੋਇਆ ਮੈਂ ਬੜੀ ਦੁਖਦਾਈ ਅਵਸਥਾ ਵਿੱਚ ਹਾਂ। ਮੇਰੀ ਦੁਖੀ ਮੇਰਾ ਜੀਵਨ ਦੁੱਖ ਭਰਿਆ ਹੈ। ਪ੍ਰੇ ਬਾਝ ਦੁਹੇਲੀ, ਪ੍ਰੇ ਪਿਆਰੇ ਪ੍ਰਭੂ ਦੀ ਗੱਲ ਹੋ ਰਹੀ ਹੈ। ਪ੍ਰੇ ਬਾਝ ਉਸ ਪਿਆਰੇ ਤੋਂ ਬਿਨਾਂ ਉਹਦੀ ਯਾਦ ਤੋਂ ਟੁੱਟਿਆ ਹੋਇਆ ਮੇਰੀ ਅਵਸਥਾ, ਮੇਰੀ ਗਤ ਜਿਹੜੀ ਹੈ ਉਹ ਦੁਹੇਲੀ ਹੈ, ਦੁੱਖਾਂ ਭਰੀ ਹੈ। ਕੋਏ ਨਾ ਬੇਲੀ, ਔਰ ਇਸ ਦੁਖਦਾਈ ਅਵਸਥਾ ਵਿੱਚੋਂ ਕੱਢਣ ਵਾਲਾ ਮੇਰਾ ਕੋਈ ਬੇਲੀ, ਕੋਈ ਮਿੱਤਰ, ਕੋਈ ਸਹਾਈ, ਕੋਈ ਮਦਦਗਾਰ ਵੀ ਨਹੀਂ ਹੈ। ਤੇ ਮੈਨੂੰ ਜੋ ਇੱਕੋ ਗੱਲ ਸਮਝ ਆਉਂਦੀ ਹੈ ਕਿ ਇਸ ਵਿੱਚੋਂ ਮੈਂ ਨਿਕਲ ਸਕਦਾ ਹਾਂ ਤਾਂ ਜੇ ਗੁਰਮੁਖ ਅੰਮ੍ਰਿਤ ਪੀਵਾਂ, ਜੇ ਮੈਂ ਗੁਰੂ ਦੇ ਸਨਮੁਖ ਹੋ ਕੇ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਪੀ ਲਵਾਂ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਮੈਂ ਤੇਰਾ ਨਾਮ ਅੰਮ੍ਰਿਤ ਪੀ ਲਵਾਂ, ਤਾਂ ਹੀ ਮੈਂ ਇਸ ਦੁਹੇਲੀ ਅਵਸਥਾ ਵਿੱਚੋਂ ਨਿਕਲ ਸਕਦਾ ਹਾਂ। ਤੋ ਇਹ ਉੱਪਰਲੀਆਂ ਦੋ ਪੰਕਤੀਆਂ ਦੇ ਅੰਦਰ ਪਹਿਲੀ ਪੰਕਤੀ ਤਾਂ ਗੱਲ ਕੀਤੀ ਕਿ ਬਈ ਮੇਰੇ ਕਰਮ ਉਹ ਹਨ ਜੋ ਮੇਰੇ ਪੂਰਬਲੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਜੋ ਕੰਮ ਮੈਂ ਕਰ ਰਿਹਾ ਹਾਂ ਹੋ ਰਹੇ ਹਨ, ਔਰ ਇਹ ਕੰਮ ਐਸੇ ਹਨ ਕਿ ਮੈਂ ਮਾਇਆ ਦੇ ਵਿੱਚ ਹੀ, ਤੇਰੀ ਰਚਨਾ ਦੇ ਵਿੱਚ ਹੀ ਰਚਿਆ ਹੋਇਆ ਹਾਂ, ਖਚਤ ਹਾਂ। ਤੇ ਦੱਸੋ ਮੇਰੀ ਕਿਹੋ ਜਿਹੀ ਅਵਸਥਾ ਹੈ, ਜਦ ਕਿ ਮੇਰੇ ਜੀਵਨ ਦਾ ਮਕਸਦ ਤਾਂ ਇਹ ਸੀ ਕਿ ਉਸ ਪ੍ਰਭੂ ਦੀ ਯਾਦ ਤੋਂ ਬਿਨਾਂ ਮੈਂ ਇੱਕ ਘੜੀ ਵੀ ਨਾ ਜਿਉਂਦਾ ਰਵਾਂ, ਮੇਰੇ ਜੀਵਨ ਦੀ ਇੱਕ ਘੜੀ ਵੀ ਉਹਦੇ ਯਾਦ ਤੋਂ ਬਿਨਾਂ ਨਾ ਬੀਤੇ। ਇਹ ਇੱਕ ਕੰਟਰਾਸਟ, ਇੱਕ ਡਿਫਰੈਂਸ ਮੇਰੇ ਜੀਵਨ ਦੇ ਵਿੱਚ ਔਰ ਜੋ ਮੇਰੇ ਜੀਵਨ ਦਾ ਮਕਸਦ ਸੀ ਉਹਦੇ ਵਿੱਚ ਇਹ ਡਿਫਰੈਂਸ ਹੈ। ਤੋ ਇਸ ਤਰ੍ਹਾਂ ਦੇ ਕਰਮ ਮੇਰੇ ਜੀਵਨ ਦਾ ਹਿੱਸਾ ਬਣੇ ਹੋਏ ਹਨ, ਮੇਰਾ ਜੀਵਨ ਇਸ ਤਰ੍ਹਾਂ ਦਾ ਬੀਤ ਰਿਹਾ ਹੈ, ਇਸ ਕਰਕੇ ਮੇਰਾ ਜੀਵਨ ਦੁਖਦਾਈ ਹੈ ਔਰ ਕੋਈ ਦੁਨੀਆ ਦੇ ਵਿੱਚ ਮੇਰਾ ਮਦਦਗਾਰ ਨਹੀਂ ਹੈ ਜਿਹੜਾ ਮੈਨੂੰ ਰਾਹ ਦਿਖਾ ਸਕੇ ਸਿਵਾਏ ਇਸ ਦੇ ਕਿ ਮੈਂ ਗੁਰੂ ਦੀ ਸ਼ਰਨ ਲੈ ਲਵਾਂ ਤੇ ਪ੍ਰਭੂ ਦਾ ਨਾਮ ਅੰਮ੍ਰਿਤ ਪੀਵਾਂ, ਗੁਰੂ ਪਾਸੋਂ ਇਹ ਪ੍ਰਾਪਤ ਹੋ ਸਕਦਾ ਹੈ। ਅਗਲੀ ਪੰਕਤੀ 'ਚ ਫਰਮਾਉਂਦੇ ਹਨ ਕਿ ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ। ਅਸੀਂ ਜੋ ਦੁਨੀਆਦਾਰ ਜੀਵ ਹਾਂ, ਤੇਰੀ ਰਚਨਾ ਦੇ ਵਿੱਚ, ਤੇਰੀ ਮਾਇਆ ਦੇ ਵਿੱਚ ਹੀ ਰਚੇ ਹੋਏ ਹਾਂ, ਉਹਦੇ ਵਿੱਚ ਹੀ ਖਚਤ ਹੋਏ ਹੋਏ ਹਾਂ। ਪਰ ਸੁਕਰਮਾ ਕਰਮ ਕਿਹੜਾ ਹੈ, ਚੰਗਾ ਕਰਮ ਕਿਹੜਾ ਹੈ? ਉਸ ਨਿਰੰਕਾਰ ਦੀ ਰਚੀ ਹੋਈ ਰਚਨਾ ਦੇ ਵਿੱਚ ਅਸੀਂ ਰਚੇ ਹੋਏ ਹਾਂ। ਇਹ ਤਾਂ ਸਾਡੀ ਗਤ ਹੈ, ਸਾਡੀ ਅਵਸਥਾ ਹੈ, ਪਰ ਇਹ ਚੰਗਾ ਕਰਮ ਹੈ ਨਹੀਂ ਹੈ। ਚੰਗਾ ਕਰਮ ਕਿਹੜਾ ਹੈ? ਪ੍ਰਭ ਮਨ ਕਰਮ ਸੁਕਰਮਾ, ਮਨ ਦੇ ਵਿੱਚ ਪ੍ਰਭੂ ਵਸੇ, ਇਹ ਕਰਮਾਂ ਦੇ ਵਿੱਚੋਂ ਸੁਕਰਮਾ ਚੰਗਾ ਕਰਮ ਹੈ, ਸ਼ੁਭ ਕਰਮ ਹੈ। ਕਰਨ ਵਾਲਾ ਕੰਮ ਤਾਂ ਇਹ ਹੈ ਕਿ ਪ੍ਰਭੂ ਮਨ ਵਿੱਚ ਵਸ ਜਾਏ, ਪਰ ਅਸੀਂ ਕਰ ਕੀ ਰਹੇ ਹਾਂ? ਸਾਡੀ ਅਵਸਥਾ ਕੀ ਹੈ ਕਿ ਅਸੀਂ ਉਹਦੀ ਰਚਨਾ ਦੇ ਵਿੱਚ ਹੀ ਰਚੇ ਹੋਏ ਹਾਂ, ਜੋ ਇਸ ਨਿਰੰਕਾਰ ਨੇ, ਉਸ ਪਰਮਾਤਮਾ ਨੇ ਜੋ ਨਿਰਾਕਾਰ ਹੈ, ਉਹਦੀ ਰਚੀ ਹੋਈ ਜਿਹੜੀ ਰਚਨਾ ਹੈ ਉਹਦੇ ਵਿੱਚ ਹੀ ਅਸੀਂ ਖਚਤ ਹਾਂ, ਉਹਦੀ ਮਾਇਆ ਦੇ ਵਿੱਚ ਹੀ ਫਸੇ ਹੋਏ ਹਾਂ। ਇਹ ਸਾਡੀ ਅਵਸਥਾ ਹੈ, ਪਰ ਇਹ ਕਰਮ ਸੁਕਰਮ ਹੈ ਨਹੀਂ ਹੈ। ਸੁਕਰਮ ਕਿਹੜਾ ਹੈ? ਕਿ ਪ੍ਰਭ ਮਨ ਦੇ ਵਿੱਚ ਵਸੇ, ਮਨ ਦੇ ਨੰਨੇ ਸਿਆਰੀਏ, ਮਨ ਦੇ ਵਿੱਚ ਪ੍ਰਭੂ ਦੀ ਯਾਦ, ਪ੍ਰਭੂ ਵਸੇ ਮਨ ਦੇ ਵਿੱਚ, ਇਹ ਕਰਮ ਸਭ ਤੋਂ ਚੰਗਾ ਕਰਮ ਹੈ, ਕਰਨ ਵਾਲਾ ਕੰਮ ਹੈ, श्रेष्ठ कर्म है। अंतले पंक्ति ਦੇ ਵਿੱਚ ਗੁਰੂ ਸਾਹਿਬ ਹੁਣ ਕਹਿੰਦੇ ਹਨ, ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ। पंथ ਦਾ ਅਰਥ ਹੁੰਦਾ ਹੈ ਰਸਤਾ, ਨਿਹਾਲੇ ਦਾ ਮਤਲਬ ਹੈ ਦੇਖਣਾ, ਨਿਹਾਲੇ ਦੇਖ ਰਹੀ ਹੈ ਜੀਵ ਇਸਤਰੀ। ਧਨ ਦਾ ਅਰਥ ਹੁੰਦਾ ਹੈ ਇਸਤਰੀ, ਸਾਧਨ ਉਹ ਇਸਤਰੀ, ਜੀਵ ਇਸਤਰੀ ਦੇ ਵਾਸਤੇ ਲਫ਼ਜ਼ ਆਇਆ ਸਾਧਨ। ਤੂੰ ਸੁਣ ਆਤਮ ਰਾਮਾ, ਇਹ ਫਿਰ ਪ੍ਰਭੂ ਪਰਮਾਤਮਾ ਨੂੰ ਸੰਬੋਧਨ ਕਰ ਰਿਹਾ। ਆਖਰੀ ਪੰਕਤੀ ਜਿਵੇਂ ਪਹਿਲੀ ਪੰਕਤੀ ਜੀ ਸੰਬੋਧਨ ਕੀਤਾ ਸੀਗਾ, ਤੂੰ ਸੁਣ ਪ੍ਰਭੂ ਨੂੰ, ਹਰੀ ਨੂੰ, ਉਵੇਂ ਹੀ ਗੱਲ ਮੁਕਾਈ ਵੀ ਉੱਥੇ ਹੀ ਪ੍ਰਭੂ ਨੂੰ ਸੰਬੋਧਨ ਕਰਕੇ ਹੈ। हे ਨਾਨਕ, हे ਸਰਵ ਵਿਆਪਕ, ਤੂੰ ਆਖ, हे ਸਰਵ ਵਿਆਪਕ ਪਰਮਾਤਮਾ। ਆਤਮ ਰਾਮਾ ਤੋਂ ਭਾਵ ਹੈ ਸਭ ਥਾਈ ਸਰਵ ਵਿਆਪਕ ਰਮਿਆ ਹੋਇਆ ਪਰਮਾਤਮਾ ਪ੍ਰਭੂ ਜੋ ਸਰਵ ਵਿਆਪਕ ਹੈ। ਰਾਮ ਰਮਿਆ ਹੋਇਆ, ਆਤਮ ਉਹ ਪ੍ਰਭੂ ਵਾਸਤੇ ਆਤਮ ਰਾਮਾ, ਸਰਵ ਵਿਆਪਕ ਪਰਮਾਤਮਾ। ਪੰਥ ਨਿਹਾਲੇ ਸਾ ਧਨ, ਉਹ ਜੀਵ ਇਸਤਰੀ ਤੇਰਾ ਰਾਹ ਤੱਕ ਰਹੀ ਹੈ।
तू ये गल सुन के तू बख्शिश कर, तू कृपा कर कि उसनों अपना दीदार बख्श, अपना दर्शन दे दे। नानक पंथ निहाले साह तन। प्रभु ਦੇ ਦਰਸ਼ਨ ਕੀ ਹੁੰਦੇ ਹਨ? ਪ੍ਰਭੂ ਦਰਸ਼ਨ ਕਿਵੇਂ ਦਿੰਦਾ ਹੈ? ਜਿਹਦੀ ਗੱਲ ਨਿਰੰਕਾਰੀ ਵਜੋਂ ਕੀਤੀ ਗਈ ਹੈ, ਜੋ ਨਿਰਾਕਾਰ ਹੈ। ਇਹ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਵਾਰੀ ਇਹ ਗੱਲ ਗਾਏ ਬਗਾਏ ਇਹਦੇ ਬਾਰੇ ਵਿਚਾਰ ਹੁੰਦੀ ਰਹਿੰਦੀ ਹੈ ਕਿ ਪ੍ਰਭੂ ਦੇ ਦੀਦਾਰ, ਪ੍ਰਭੂ ਦਾ ਦਰਸ਼ਨ ਕੀ ਹੈ। ਇਹਦਾ ਵਿਸਥਾਰ ਫਿਰ ਕਦੀ ਅਸੀਂ ਦੁਬਾਰਾ ਕਰਾਂਗੇ। ਫਿਲਹਾਲ ਸੰਖੇਪ ਵਿੱਚ ਇਤਨੀ ਹੀ ਗੱਲ ਹੈ ਕਿ ਜੇ ਪ੍ਰਭੂ ਦੀ ਯਾਦ ਪੱਕੇ ਤੌਰ ਤੇ ਮਨ ਇਨਸਾਨ ਦੇ ਹਿਰਦੇ 'ਚ ਵਸ ਜਾਵੇ ਤਾਂ ਉਹ ਪ੍ਰਭੂ ਦਾ ਦੀਦਾਰ, ਪ੍ਰਭੂ ਦਾ ਦਰਸ਼ਨ ਹੀ ਹੈ। ਨਾਨਕ ਪੰਥ ਨਿਹਾਲੇ ਸਾਹ ਧਨ, ਤੂੰ ਸੁਣ ਆਤਮ ਰਾਮਾ। ਤਾਂ ਗੁਰੂ ਪਾਤਸ਼ਾਹ ਸਾਨੂੰ ਇਹ ਬੇਨਤੀ ਕਰਨ ਦੀ ਜਾਚ ਸਿਖਾ ਰਹੇ ਹਨ, ਸਾਡੇ ਵੱਲੋਂ ਇਹ ਬੇਨਤੀ ਕਰ ਰਹੇ ਹਨ ਕਿ हे ਪ੍ਰਭੂ ਪਰਮਾਤਮਾ, ਸਰਵ ਵਿਆਪਕ ਪ੍ਰਭੂ, ਤੂੰ ਸਾਡੀ ਇਹ ਅਰਜ਼ੋਈ ਸੁਣ, ਬੇਨਤੀ ਸੁਣ ਕਿ ਇਹ ਜੀਵ ਇਸਤਰੀ ਤੇਰਾ ਰਾਹ ਤੱਕ ਰਹੀ ਹੈ। ਇਹ ਰਾਹ ਤੱਕਣਾ ਇੱਕ ਮੁਹਾਵਰੇ ਵਜੋਂ ਇਸਤੇਮਾਲ ਕੀਤਾ ਗਿਆ ਹੈ। ਇਹ ਨਹੀਂ ਹੈ ਵੀ ਕਿਤੇ ਬਾਹਰ ਸੜਕ ਤੇ ਖੜੋ ਕੇ ਤੇ ਇੱਕ ਪਾਸੇ ਵੱਲ ਨੂੰ ਮੂੰਹ ਕਰਕੇ ਤੇ ਨੀਝ ਲਾ ਕੇ ਦੇਖ ਰਹੇ ਆ ਵੀ ਹਾਂ ਰੱਬ ਘੋੜੇ ਤੇ ਚੜ੍ਹ ਕੇ ਜਾਂ ਰਥ ਤੇ ਬੈਠ ਕੇ ਕਿਤੇ ਆ ਰਿਹਾ ਹੋਏਗਾ ਜਾਂ ਗਰੁੜ ਤੇ ਚੜ੍ਹ ਕੇ ਆ ਰਿਹਾ ਹੋਏਗਾ। ਐਸੀ ਕੋਈ ਮੀਨਿੰਗ ਨਹੀਂ ਹੈ ਇਹਦਾ। ਪੰਥ ਨਿਹਾਲੇ ਇਹ ਇੱਕ ਮੁਹਾਵਰੇ ਵਜੋਂ ਹੈ ਕਿ ਜਿਵੇਂ ਰਾਹ ਤੱਕਣਾ। ਰਾਹ ਤੱਕਣਾ ਦਾ ਮਤਲਬ ਉਡੀਕ ਕਰਨਾ। ਮਨ ਦੇ ਵਿੱਚ ਤੜਪ ਹੋਣੀ, ਮਨ ਦੇ ਵਿੱਚ ਇੱਛਾ ਹੋਣੀ, ਸਟਰੋਂਗ ਡਿਜ਼ਾਇਰ ਹੋਣੀ ਕਿ ਮੈਨੂੰ ਇਹ ਦੀਦਾਰ ਪ੍ਰਾਪਤ ਹੋ ਜਾਣ, ਮੈਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਜਿੱਥੇ ਮੈਨੂੰ ਇਹ ਮਹਿਸੂਸ ਹੋਵੇ, ਇਹ ਅਹਿਸਾਸ ਹੋਵੇ ਕਿ ਪ੍ਰਭੂ ਮੇਰੇ ਨਾਲ ਅੰਗ ਸੰਗ ਹੈ, ਮੇਰੇ ਅੰਦਰ ਹੀ ਵਸ ਰਿਹਾ ਹੈ, ਮੇਰੇ ਬਿਲਕੁਲ ਨਾਲ ਹੈ। ਉਹ ਪੰਥ ਨਿਹਾਲੇ ਜੋ ਹੈ ਇੱਕ ਮੁਹਾਵਰਾ ਦੇ ਵਜੋਂ ਹੈ ਕਿ ਜਿਵੇਂ ਅਸੀਂ ਆਮ ਬੋਲਚਾਲ ਵਿੱਚ ਵੀ ਕਹਿੰਦੇ ਹਾਂ ਕਿ ਮੈਂ ਤਾਂ ਕਿੰਨੇ ਚਿਰ ਤੋਂ ਤੇਰਾ ਰਾਹ ਤੱਕ ਰਿਹਾ ਸਾਂ, ਭਾਵੇਂ ਮੈਂ ਤਾਂ ਆਪਣੇ ਕਮਰੇ 'ਚ ਹੀ ਬੈਠਾ ਹੋਇਆ ਸੀਗਾ, ਪਰ ਮੈਂ ਕਹਿੰਦਾ ਹਾਂ ਕਿ ਮੈਂ ਤਾਂ ਤੇਰਾ ਰਾਹ ਤੱਕ ਰਿਹਾ ਸਾਂ। ਕੋਈ ਸਾਡਾ ਬਹੁਤ ਹੀ ਨਜ਼ਦੀਕੀ ਮਿੱਤਰ ਆਵੇ, ਬਹੁਤ ਯਾਰਾ ਸੰਬੰਧੀ ਆਵੇ ਤੇ ਅਸੀਂ ਆਪਣਾ ਪਿਆਰ, ਆਪਣੀ ਉਹਦੇ ਨਾਲ ਨੇੜਤਾ ਨੂੰ ਦਰਸਾਉਣ ਵਾਸਤੇ ਉਹਨੂੰ ਕਹਿੰਦੇ ਆ ਕਿ ਮੈਂ ਤਾਂ ਕਿੰਨੇ ਚਿਰ ਤੋਂ ਤੇਰਾ ਰਾਹ ਤੱਕ ਰਿਹਾ ਸਾਂ। ਮੈਂ ਕੋਈ ਬਾਹਰ ਸੜਕ ਤੇ ਖੜੋ ਕੇ ਰਾਹ ਥੋੜਾ ਤੱਕ ਰਿਹਾ ਸਾਂ। ਇਹ ਸਿਰਫ ਕਹਿਣ ਦਾ ਭਾਵ ਸੀਗਾ ਕਿ ਮੇਰੇ ਮਨ ਦੇ ਵਿੱਚ ਤਾਂਘ ਸੀ ਕਿ ਵੀ ਤੂੰ ਮਿਲੇ, ਤੂੰ ਆ ਜਾਵੇਂ। ਇਹ ਤਾਂਘ ਨੂੰ ਮੈਂ ਪ੍ਰਗਟ ਕਰਨ ਵਾਸਤੇ ਲਫ਼ਜ਼ ਇਸਤੇਮਾਲ ਕਰਦਾ ਕਿ ਮੈਂ ਤੇਰਾ ਰਾਹ ਤੱਕ ਰਿਹਾ ਸਾਂ। ਤੋ ਇੱਥੇ ਵੀ ਗੁਰੂ ਸਾਹਿਬ ਨੇ ਜੋ ਲਫ਼ਜ਼ ਇਸਤੇਮਾਲ ਕੀਤਾ ਹੈ ਪੰਥ ਨਿਹਾਲੇ ਸਾਹ ਧਨ, ਕਿ ਉਹ ਜੀਵ ਇਸਤਰੀ हे ਪ੍ਰਭੂ ਜੀਓ ਤੁਹਾਡਾ ਰਾਹ ਤੱਕ ਰਹੀ ਹੈ। ਭਾਵ ਕਿ ਉਹਦੇ ਇਸ ਜੀਵ ਇਸਤਰੀ ਦੇ ਹਿਰਦੇ ਵਿੱਚ ਇਹ ਹੁਣ ਤਾਂਘ ਹੈ ਕਿ ਤੁਹਾਡਾ ਦੀਦਾਰ ਉਹਨੂੰ ਪ੍ਰਾਪਤ ਹੋਵੇ। हे ਪ੍ਰਭੂ ਜੀ ਤੁਸੀਂ ਇਹ ਬੇਨਤੀ ਜੀਵ ਦੀ ਸੁਣ ਲਵੋ। हे ਸਰਵ ਵਿਆਪਕ ਪਰਮਾਤਮਾ ਜੀਓ, ਨਾਨਕ ਤੁਹਾਡੇ ਅੱਗੇ ਅਰਜ਼ੋਈ ਕਰਦਾ ਹੈ ਕਿ ਜੀਵ ਇਸਤਰੀ ਦੀ ਇਹ ਬੇਨਤੀ ਨੂੰ ਆਪ ਜੀ ਇਹ ਸੁਣ ਲਵੋ ਤੇ ਬਖਸ਼ਿਸ਼ ਚ ਆ ਕੇ ਮਿਹਰ ਕਰਕੇ ਉਸ ਨੂੰ ਆਪਣਾ ਦੀਦਾਰ ਬਖਸ਼ਿਸ਼ ਕਰੋ। ਤੋ ਇਹ ਸਾਰਾ ਜਿਹੜਾ ਪਦਾ ਹੈ ਇਹਦੇ ਅੰਦਰ ਪਰਮਾਤਮਾ ਦੇ ਅੱਗੇ ਅਰਜ਼ੋਈ ਹੈ, ਬੇਨਤੀ ਹੈ। ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ। हे ਪ੍ਰਭੂ ਜੀਓ, ਮੇਰੇ ਕਰਮ ਜਿਹੜੇ ਹਨ ਉਹ ਤਾਂ ਆਪਣੇ ਪੁਰਾਣੇ ਸੰਸਕਾਰਾਂ ਦੇ ਅਨੁਕੂਲ ਹੋ ਰਹੇ ਹਨ ਤੇ ਇਹਨਾਂ ਕੀਤੇ ਹੋਏ ਕਰਮਾਂ ਦਾ ਸਦਕਾ ਹੀ ਤੁਹਾਡੇ ਵੱਲੋਂ ਮੈਨੂੰ ਸੁੱਖ ਔਰ ਦੁੱਖ ਪ੍ਰਾਪਤ ਹੁੰਦੇ ਹਨ। ਜੋ ਤੁਸੀਂ ਦਿੰਦੇ ਹੋ ਉਹ ਭਲਾ ਹੈ, ਤੁਹਾਡੀ ਰਜ਼ਾ ਦੇ ਅਨੁਕੂਲ ਹੈ, ਤੁਹਾਡੇ ਹੁਕਮ ਦੇ ਅਨੁਸਾਰ ਹੈ। ਮੇਰੀ ਹਾਲਤ ਕੀ ਹੈ ਕਿ ਮੈਂ ਤਾਂ ਤੁਹਾਡੀ ਰਚੀ ਹੋਈ ਰਚਨਾ ਦੇ ਵਿੱਚ ਹੀ ਖਚਤ ਹੋਇਆ ਪਿਆ ਹਾਂ, ਜਦ ਕਿ ਮੇਰੇ ਜੀਵਨ ਦਾ ਮਕਸਦ ਸੀ ਕਿ ਮੈਂ ਤੁਹਾਡੇ ਤੋਂ ਬਿਨਾਂ ਮੇਰੇ ਜੀਵਨ ਦਾ ਇੱਕ ਘੜੀ, ਇੱਕ ਪਲ ਵੀ ਨਾ ਬੀਤੇ। ਪਰ ਤੁਹਾਡੇ ਤੋਂ ਵਿਛੜੇ ਹੋਣ ਕਰਕੇ ਮੇਰੀ ਜੀਵਨ ਦੀ ਜ਼ਿੰਦਗੀ ਦੀ ਤੋਰ ਜਿਹੜੀ ਹੈ ਉਹ ਦੁੱਖਾਂ ਭਰੀ ਹੈ। ਇਸ ਦੁੱਖਾਂ ਤੋਂ ਬਚਾਉਣ ਵਾਲਾ ਮੇਰਾ ਕੋਈ ਸਾਥੀ ਵੀ ਨਹੀਂ ਹੈ, ਕੋਈ ਮਦਦਗਾਰ ਨਹੀਂ ਹੈ। ਇਹਦੇ ਵਿੱਚੋਂ ਮੇਰਾ ਛੁਟਕਾਰਾ ਤਾਂ ਹੀ ਹੋ ਸਕਦਾ ਹੈ ਜੇ ਮੈਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੁਹਾਡਾ ਨਾਮ ਅੰਮ੍ਰਿਤ ਪੀਵਾਂ, ਉਹਦੇ ਨਾਲ ਮੈਂ ਆਪਣੇ ਜੁੜ ਜਾਵਾਂ। ਮੇਰੀ ਹਾਲਤ ਤਾਂ ਇਹੋ ਜਿਹੀ ਹੈ ਕਿ ਮੈਂ ਤੁਹਾਡੀ ਰਚੀ ਹੋਈ ਰਚਨਾ ਮਾਇਆ ਦੇ ਵਿੱਚ ਹੀ ਖਚਤ ਹਾਂ, ਜਦ ਕਿ ਕਰਨ ਵਾਲਾ ਜੋ ਸ਼ੁਭ ਕਰਮ ਸੀਗਾ ਉਹ ਇਹ ਸੀਗਾ ਕਿ ਤੁਹਾਡੀ ਯਾਦ ਮੇਰੇ ਮਨ 'ਚ ਵਸ ਜਾਏ, ਪ੍ਰਭੂ ਮਨ ਵਸੇ, ਮਨ ਦੇ ਵਿੱਚ ਪ੍ਰਭੂ ਦੀ ਯਾਦ ਵਸ ਜਾਏ। ਇਹ ਕਰਨ ਵਾਲਾ ਸ਼ੁਭ ਕਰਮ ਸੀਗਾ। ਹੁਣ ਮੇਰੇ ਮਨ ਦੀ ਗੁਰੂ ਨਾਨਕ ਪਾਤਸ਼ਾਹ ਸਾਡੇ ਵੱਲੋਂ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਇਸ ਜੀਵ ਆਤਮਾ ਦੀ ਤਾਂਘ ਹੈ ਪ੍ਰਭੂ ਦੇ ਦੀਦਾਰ ਦੀ, ਪ੍ਰਭੂ ਦੇ ਦਰਸ਼ਨਾਂ ਦੀ, ਕਿ ਪ੍ਰਭੂ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਵੇ। ਆਉਣ ਵਾਲਾ ਸਮਾਂ ਐਸਾ ਹੋਵੇ ਜਿਹਦੇ ਵਿੱਚ ਮਾਇਆ ਤੋਂ ਛੁਟਕਾਰਾ ਮਿਲ ਕੇ ਪ੍ਰਭੂ ਦੀ ਯਾਦ ਹਿਰਦੇ 'ਚ ਵਸ ਜਾਵੇ। ਤੋ ਇਸ ਇਹ ਤਾਂਘ ਜੀਵ ਆਤਮਾ ਦੇ ਅੰਦਰ ਪੈਦਾ ਹੋ ਗਈ ਹੈ, ਜਿਸ ਨੂੰ ਪੰਥ ਨਿਹਾਲੇ ਸਾਹ ਤਨ ਦੇ ਅੱਖਰਾਂ ਦੇ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਕਿ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਹੈ ਕਿ ਤੂੰ ਸੁਣ ਆਤਮ ਰਾਮ। ਹੁਣ ਆਓ ਦੂਜੇ ਪਦੇ ਦੀ ਵਿਚਾਰ ਕਰਦੇ ਹਾਂ। ਬਾਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆਂ, ਸਾਹ ਧਨ ਸਭ ਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ,
सा सुहागन नारे, नव घर थाप, महल कर ऊंचो, निज घर वास मुरारे, सब तेरी तू मेरा प्रीतम, निस बासुर रंग रावै, नानक प्रियो प्रियो चवै बदीहा, कोकिल शब्द सुहावै। 12 ਰਚਨਾਵਾਂ ਦੀ ਇੱਕ ਖੂਬੀ ਹੁੰਦੀ ਹੈ, ਜਿੰਨੀਆਂ ਵੀ ਨੇ ਗੁਰਬਾਣੀ ਵਾਲੀਆਂ ਤੇ ਜਿਹੜੀਆਂ ਹੈ ਨੇ ਉਹਨਾਂ ਵਿੱਚ ਤਾਂ ਹੈ ਹੀ ਹੈ, ਜਿਹੜੀਆਂ ਈਵਨ ਬਾਕੀ ਕਾਵ ਰਚਨਾਵਾਂ ਹਨ ਜਿਹਨਾਂ 12 ਦੀ ਸ਼ੈਲੀ ਵਰਤੀ ਗਈ ਹੈ, ਉਹਨਾਂ ਦੇ ਅੰਦਰ ਇੱਕ ਬੜਾ ਕਨਸਟੈਂਟ ਥੀਮ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਬਿਰਹਾ ਦਾ ਭਾਵ ਜਿਹੜਾ ਹੈ ਬੜਾ ਸਟਰੋਂਗਲੀ ਐਕਸਪ੍ਰੈਸ ਕੀਤਾ ਜਾਂਦਾ ਹੈ। ਵਿਛੋੜੇ ਦੇ ਜੋ ਹਾਲਾਤ ਹਨ ਉਹਨਾਂ ਨੂੰ ਬੜੇ ਕਾਵ ਸੁੰਦਰ ਕਾਵ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਰਚਨਾ ਕੀਤੀ ਜਾਂਦੀ ਹੈ, ਉਹਨਾਂ ਦੇ ਚਿੱਤਰ ਜਿਹੜੇ ਹਨ ਚਿੱਤਰੇ ਜਾਂਦੇ ਹਨ ਕਵਿਤਾ ਦੇ ਰੂਪ ਵਿੱਚ। ਇਹ ਕਨਸਟੈਂਟ ਥੀਮ ਹੈ ਜਿਹੜਾ ਸਾਰਿਆਂ ਦੇ ਵਿੱਚ 12 ਮਾਹ ਦੇ ਵਿੱਚ ਦੇਖਣ ਚ ਮਿਲਦਾ ਹੈ। ਤੋ ਜਿਹੜੀ ਦੂਜੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਤਾਂ ਆਮ ਤੌਰ ਤੇ ਦੁਨਿਆਵੀ ਪ੍ਰੇਮਿਕਾ ਤੇ ਪ੍ਰੇਮੀ ਦੀਆਂ ਜਿਹੜੀਆਂ ਹੈਗੇ ਨੇ ਕਰੈਕਟਰਸ ਨੂੰ ਯੂਜ਼ ਕਰਕੇ ਇਹ ਬਿਰਹਾ ਦੀ ਭਾਵਨਾ ਦੀ ਡਿਸਕ੍ਰਿਪਸ਼ਨ ਦਿੱਤੀ ਜਾਂਦੀ ਹੈ। ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਜੀਵ ਆਤਮਾ ਤੇ ਪਰਮ ਆਤਮਾ ਦੇ ਵਿਛੋੜੇ ਦੀ ਗੱਲ ਕਰਕੇ ਇਸ ਬਿਰਹਾ ਦੇ ਭਾਵ ਨੂੰ ਐਕਸਪ੍ਰੈਸ ਕੀਤਾ ਹੈ। ਤੋ ਇਸ 12 ਮਾਹ ਦੇ ਅੰਦਰ ਵੀ ਇਹ ਬਿਰਹਾ ਵਿਛੋੜੇ ਦੀ ਗੱਲਾਂ ਸਾਨੂੰ ਬਹੁਤ ਵੇਖਣ ਨੂੰ ਮਿਲਣਗੀਆਂ। ਫਿਰ ਅੰਤ ਵਿੱਚ ਜਦੋਂ ਮਿਲਾਪ ਦੀ ਗੱਲ ਵੀ ਹੋ ਜਾਂਦੀ ਹੈ ਕਿ ਇਸ ਵਿਛੜੀ ਹੋਈ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਵੇ ਤੇ ਫਿਰ ਕਿਹੋ ਜਿਹੀ ਅਵਸਥਾ ਬਣਦੀ ਹੈ। ਤੋ ਇਸ ਪਦੇ ਦੇ ਅੰਦਰ ਵੀ ਹੁਣ ਕੁਝ ਥੋੜਾ ਜਿਹਾ ਉਹ ਵਾਲਾ ਰੰਗ ਸਾਨੂੰ ਨਜ਼ਰ ਆਏਗਾ। ਗੁਰੂ ਸਾਹਿਬ ਕਹਿ ਰਹੇ ਹਨ ਕਿ ਬਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆਂ, ਕਿ ਜਿਵੇਂ ਬਬੀਹਾ ਪਪੀਹਾ ਚਾਤਰਿਕ ਪ੍ਰਿਓ ਪ੍ਰਿਓ ਕਰਦਾ ਹੈ, ਬੋਲਦਾ ਹੈ। ਕੋਕਿਲ ਬਾਣੀਆਂ, ਕੋਕਿਲ ਕੋਇਲ, ਕੋਇਲ ਕੂ ਕੂ ਦੀ ਮਿੱਠੀ ਬੋਲੀ ਬੋਲਦੀ ਹੈ। ਸਾ ਧਨ ਸਭ ਰਸ ਚੋਲਾ ਅੰਕ ਸਮਾਣੀਆਂ, ਸਾ ਧਨ ਉਹ ਜੀਵ ਇਸਤਰੀ ਸਭ ਰਸ, ਸਾਰੇ ਰਸ, ਸਾਰੇ ਆਨੰਦ, ਸਾਰੀ ਖੁਸ਼ੀਆਂ ਚੋਲਾ ਮੰਨਦੀ ਹੈ, ਉਹਦੀ ਝੋਲੀ 'ਚ ਪੈ ਜਾਂਦੇ ਹਨ ਸਾਰੇ ਰਸ। ਅੰਕ ਸਮਾਣੀਆਂ, ਜਿਹੜੀ ਜੀਵ ਇਸਤਰੀ ਪ੍ਰਭੂ ਦੇ ਅੰਗ ਵਿੱਚ ਸਮਾਈ ਹੁੰਦੀ ਹੈ। ਅੰਕ ਤੋਂ ਭਾਵ ਹੈ ਅੰਗ, ਭਾਵ ਬਿਲਕੁਲ ਨਾਲ, ਬਿਲਕੁਲ ਨੇੜੇ, ਸਮਾਣੀਆਂ ਸਮਾਈ ਹੋਈ ਹੈ। ਹੁਣ ਇਹਨੂੰ ਤੁਸੀਂ ਪਿਕਚਰਾਈਜ਼ ਕਰੋ ਕਿ ਭਾਰਤੀ ਸਮਾਜ ਜਾਂ ਭਾਰਤੀ ਸਮਾਜ ਦੀ ਹੀ ਗੱਲ ਕਰ ਲੈਂਦੇ ਹਾਂ, ਕਿਉਂਕਿ ਵੈਸਟਰਨ ਕਲਚਰ ਦੀ ਗੱਲ ਕਰਾਂਗੇ ਤੇ ਥੋੜੇ ਮਾਹੌਲ ਬਹੁਤ ਹੀ ਡਿਫਰੈਂਟ ਜੇ ਨਜ਼ਰ ਆਉਣਗੇ। ਪਰ ਪੁਰਾਣੇ ਜ਼ਮਾਨੇ ਦੇ ਵਿੱਚ ਉੱਥੇ ਵੀ ਤਕਰੀਬਨ ਸਿਮਿਲਰ ਹੀ ਸਿਚੁਏਸ਼ਨ ਹੁੰਦੀ ਸੀ ਕਿ ਸਮਾਜ ਦੇ ਅੰਦਰ ਉਸ ਇਸਤਰੀ ਨੂੰ ਬੜੀ ਚੰਗੀ ਕਿਸਮਤ ਵਾਲੀ, ਭਾਗਾਂ ਵਾਲੀ ਸਮਝਿਆ ਜਾਂਦਾ ਸੀਗਾ, ਜਿਹਦਾ ਜੀਵਨ ਆਪਣੇ ਪਤੀ ਦੀ ਸੰਗਤ ਦੇ ਵਿੱਚ ਪਤੀ ਦੇ ਨਾਲ ਬਤੀਤ ਹੋ ਰਿਹਾ ਹੋਵੇ, ਸੁਖੀ ਜੀਵਨ ਬਤੀਤ ਹੋ ਰਿਹਾ ਹੋਵੇ ਤੇ ਪਤੀ ਉਹਦਾ ਘਰ ਵਿੱਚ ਰਹਿੰਦਾ ਹੋਵੇ। ਅਨੇਕਾਂ ਪਰਿਵਾਰ ਐਸੇ ਹੁੰਦੇ ਸਨ ਉਸ ਵੇਲੇ ਵੀ ਜਿਹੜੇ ਆਦਮੀਆਂ ਨੂੰ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਘਰ ਛੱਡ ਕੇ ਦੂਜੇ ਸ਼ਹਿਰਾਂ ਵਿੱਚ ਦੂਰ ਦੂਰ ਜਗ੍ਹਾ ਜਾਣਾ ਪੈਂਦਾ ਸੀ ਔਰ ਲੰਮੇ ਲੰਮੇ ਸਮੇਂ ਵਾਸਤੇ ਜਾਣਾ ਪੈਂਦਾ ਸੀ। ਜਦੋਂ ਆਵਾਜਾਈ ਦੇ ਸਾਧਨ ਵੀ ਬੜੇ ਸੀਮਿਤ ਹੁੰਦੇ ਸਨ ਤੇ ਜਦੋਂ ਇੱਕ ਵਾਰੀ ਕੋਈ ਬੰਦਾ ਕਿਤੇ ਬਾਹਰ ਗਿਆ ਤੇ ਪਤਾ ਨਹੀਂ ਹੁੰਦਾ ਸੀਗਾ ਵੀ ਕਿੰਨੇ ਚਿਰ ਬਾਅਦ ਵਾਪਸ ਮੁੜੇਗਾ। ਫਿਰ ਕਮਿਊਨੀਕੇਸ਼ਨ ਦਾ ਤੇ ਕੋਈ ਸਾਧਨ ਹੈ ਹੀ ਨਹੀਂ ਸੀ, ਜਦ ਤੱਕ ਕਿ ਕੋਈ ਫਿਜ਼ੀਕਲੀ ਉਹਦਾ ਸੁਨੇਹਾ ਲੈ ਕੇ ਆ ਕੇ ਮਿਲੇ ਨਾ, ਹੋਰ ਕੋਈ ਟੈਲੀਕਮਿਊਨੀਕੇਸ਼ਨ ਦਾ ਤਾਂ ਕੋਈ ਸਰੋਤ ਹੀ ਨਹੀਂ ਸੀਗਾ। ਲਿਟਰੇਚਰ ਦੇ ਵਿੱਚ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਕਬੂਤਰਾਂ ਦੇ ਰਾਹੀਂ ਕਈ ਲੋਕ ਸੁਨੇਹੇ ਭੇਜਦੇ ਸੀਗੇ, ਪਰ ਉਹ ਕਿੱਥੋਂ ਤੱਕ ਪ੍ਰੈਕਟੀਕਲੀ ਇਸਤੇਮਾਲ ਹੁੰਦਾ ਸੀਗਾ ਇਹਦੇ ਬਾਰੇ ਕਹਿ ਸਕਣਾ ਮੁਸ਼ਕਲ ਹੈ। ਹੋ ਸਕਦਾ ਹੈ ਕਿ ਨਿਰੋਲ ਇੱਕ ਲਿਖਾਰੀਆਂ ਦੀ ਤੇ ਕਵੀਆਂ ਦੀ ਕਲਪਨਾ ਹੀ ਹੋਵੇ, ਜਾਂ ਸ਼ਾਇਦ ਪ੍ਰੈਕਟੀਕਲੀ ਮੁਮਕਿਨ ਹੁੰਦਾ ਵੀ ਹੋਵੇ, ਮੇਰੀ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ। ਪਰ ਬੜਾ ਅਨਰਿਲਾਇਬਲ ਜਿਹਾ ਤਰੀਕਾ ਸੀ ਉਹ ਵੀ ਕਿ ਵੀ ਕਬੂਤਰਾਂ ਦੇ ਰਾਹੀਂ ਕਿਤੇ ਸੁਨੇਹਾ ਭੇਜਣਾ। ਮੈਨੂੰ ਤਾਂ ਅੱਜ ਤੱਕ ਨਹੀਂ ਸਮਝ ਆਇਆ ਕਿ ਵੀ ਉਹ ਕਿਸ ਤਰੀਕੇ ਨਾਲ ਮੈਨੇਜ ਹੁੰਦਾ ਹੋਏਗਾ, ਕਿਹੜਾ ਕੋਡ ਇਹੋ ਜਿਹਾ ਕਬੂਤਰ ਨੂੰ ਸਿਖਾਇਆ ਜਾਂਦਾ ਹੋਏਗਾ ਜਿਹਦੇ ਵਿੱਚ ਉਹਨੂੰ ਲੋਕੇਸ਼ਨ ਸਮਝਾ ਦਿੱਤੀ ਜਾਂਦੀ ਹੋਏਗੀ ਕਿ ਮੇਰਾ ਘਰ ਕਿੱਥੇ ਹੈ ਤੇ ਉਹਨੂੰ ਜਾ ਕੇ ਲੱਭ ਕੇ ਤੇ ਕਿਹਦੇ ਬੰਦੇ ਨੂੰ ਜਾ ਕੇ ਕੋਈ ਮੈਸੇਜ ਦੇਣਾ। ਤੋ ਪਰ ਇਹ ਪ੍ਰੈਕਟੀਕਲੀ ਤਾਂ ਇਹ ਜੋ ਸਿਚੁਏਸ਼ਨ ਸੀ ਉਹ ਇਹੀ ਸੀ ਕਿ ਜਦੋਂ ਕੋਈ ਬੰਦਾ ਘਰ ਛੱਡ ਕੇ ਵਪਾਰ ਕਰਨ ਵਾਸਤੇ ਜਾਂ ਹੋਰ ਕਿਸੇ ਕੰਮ ਦੇ ਸਿਲਸਿਲੇ ਵਿੱਚ ਸ਼ਹਿਰੋਂ ਦੂਰ ਜਾਂਦਾ ਸੀਗਾ, ਆਪਣੇ ਘਰ ਤੋਂ ਦੂਰ ਜਾਂਦਾ ਸੀ,
ਤਾਂ ਉਹ ਲੰਬੇ ਸਮੇਂ ਵਾਸਤੇ ਉਹਦੇ ਨਾਲ ਲਿੰਕ ਟੁੱਟ ਜਾਂਦਾ ਸੀਗਾ ਤੇ ਘਰ ਵਿੱਚ ਜਿਹੜੇ ਬਾਕੀ ਬੈਠੇ ਹੋਏ ਬੰਦੇ ਨੇ ਉਹਨਾਂ ਦੇ ਮਨ 'ਚ ਬਸ ਫਿਰ ਉਹਦੀ ਯਾਦ ਹੀ ਯਾਦ ਹੁੰਦੀ ਸੀ। ਇਹ ਵੀ ਕੋਈ ਭਰੋਸਾ ਨਹੀਂ ਸੀ ਹੁੰਦਾ ਵੀ ਕਦੀ ਉਹ ਵਾਪਸ ਆ ਵੀ ਜਾਏਗਾ ਕਿ ਨਹੀਂ ਆ ਜਾਏਗਾ। ਮਨ 'ਚ ਆਸ ਜ਼ਰੂਰ ਹੁੰਦੀ ਸੀ, ਪਰ ਕੋਈ ਗਾਰੰਟੀ ਸ਼ੋਰਟੀ ਨਹੀਂ ਸੀ ਹੁੰਦੀ। ਕਿਉਂਕਿ ਕਮਿਊਨੀਕੇਸ਼ਨ ਦਾ ਕੋਈ ਸਾਧਨ ਹੀ ਨਹੀਂ ਹੈ, ਪਤਾ ਹੀ ਨਹੀਂ ਹੈ ਕਿ ਬੰਦਾ ਕਿਸੇ ਦੂਜੇ ਸ਼ਹਿਰ ਗਿਆ, ਉਹਦੇ ਨਾਲ ਕੋਈ ਦੁਰਘਟਨਾ ਵਾਪਰ ਗਈ, ਬੰਦਾ ਚੜ੍ਹਾਈ ਕਰ ਗਿਆ, ਕਿਸੇ ਨੇ ਆ ਕੇ ਸੁਨੇਹਾ ਵੀ ਨਹੀਂ ਦਿੱਤਾ ਤੇ ਅਸੀਂ ਉਡੀਕਦੇ ਹੀ ਰਹਿ ਗਏ ਤੇ ਉਮਰ ਬੀਤ ਗਈ। ਪਤਾ ਹੀ ਨਹੀਂ ਉਹਨੇ ਆਉਣਾ ਹੈ ਕਿ ਨਹੀਂ ਆਉਣਾ, ਉਹਦੀ ਮੌਤ ਦਾ ਸੁਨੇਹਾ ਵੀ ਨਹੀਂ ਸਾਨੂੰ ਮਿਲਣਾ। ਉਹ ਇਹ ਪੁਰਾਣੇ ਜ਼ਮਾਨੇ ਦੇ ਹਾਲਾਤ ਸੀਗੇ। ਜਿਸ ਜ਼ਮਾਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦੀ ਰਚਨਾ ਕੀਤੀ ਹੈ, ਉਦੋਂ ਵੀ ਤਕਰੀਬਨ ਕਮਿਊਨੀਕੇਸ਼ਨ ਦੇ ਔਰ ਟਰਾਂਸਪੋਰਟੇਸ਼ਨ ਦੇ ਹਾਲਾਤ ਬਹੁਤ ਹੀ ਜਿਹੜੇ ਸਨ ਮੀਡੀਓਕਰ ਸਨ, ਬਹੁਤ ਲਿਮਿਟਿਡ ਸਨ। तो वो जो हालात ਨੂੰ ਹੀ ਇਮੇਜਿਨ ਕਰਦੇ ਹੋਏ ਸਾਨੂੰ ਜਿਹੜਾ ਹੈ ਇਹ ਕੰਟੈਕਸਟ ਧਿਆਨ 'ਚ ਰੱਖਣਾ ਚਾਹੀਦਾ ਹੈ। ਸੋ ਹੁਣ ਇਹ ਗੱਲ ਉਸ ਦੀ ਹੋ ਰਹੀ ਹੈ ਜਿਹਦੇ ਨਾਲ ਪਤੀ ਵਸ ਰਿਹਾ ਹੈ। ਉਹ ਸੁਹਾਗਵਤੀ ਹੈ, ਸੁਹਾਗਣ ਹੈ, ਬੜੀ ਭਾਗਾਂ ਵਾਲੀ ਹੈ ਕਿਉਂਕਿ ਉਹਦੇ ਨਾਲ ਪਤੀ ਰਹਿੰਦਾ ਹੈ। ਭਾਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆਂ, ਸਾ ਧਨ ਸਭ ਰਸ ਚੋਲੇ ਅੰਕ ਸਮਾਣੀਆਂ। ਉਹ ਇਸਤਰੀ ਸਾਰੇ ਆਨੰਦ ਸੁਖ ਮੰਨਦੀ ਹੈ, ਉਹਦੀ ਝੋਲੀ 'ਚ ਸਾਰੇ ਸੁਖ ਰਸ ਆਨੰਦ ਪੈਂਦੇ ਹਨ ਜਿਹੜੀ ਆਪਣੇ ਪਤੀ ਦੇ ਅੰਗ ਨਾਲ ਰਹਿੰਦੀ ਹੈ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ, ਸਾ ਸੁਹਾਗਨ ਵਾਰੇ। ਇਹਨੂੰ ਪੈਰਲ ਦੇ ਵਿੱਚ ਜੀਵ ਆਤਮਾ ਦੇ ਨਾਲ ਵੀ ਤੁਸੀਂ ਇਮੇਜਿਨ ਕਰਦੇ ਹੋ ਕਿਉਂਕਿ ਸ਼ਬਦਾਵਲੀ ਵਰਤੀ ਗਈ ਹੈ ਇਸਤਰੀ ਦੀ ਔਰ ਪਤੀ ਦੀ। ਭਾਵ ਅਰਥ ਜੋ ਹੈ ਉਹ ਜੀਵ ਇਸਤਰੀ ਔਰ ਪਰਮਾਤਮਾ ਦੇ ਸਬਜੈਕਟ ਦੇ ਨਾਲ ਮੇਲ ਕਰਦਾ ਹੈ। ਸੋ ਸਾ ਧਨ ਸਭ ਰਸ ਚੋਲੇ ਅੰਕ ਸਮਾਣੀਆਂ, ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਨ ਨਾਰੇ। ਸੋ ਜਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਚੰਗੀ ਲੱਗ ਜਾਂਦੀ ਹੈ, ਜਾਂ ਪ੍ਰਭ ਪਾਣੀ ਜਿਹੜੀ ਚੰਗੀ ਲੱਗ ਜਾਂਦੀ ਹੈ ਪਰਮਾਤਮਾ ਨੂੰ, ਉਹੀ ਹਰੀ ਦੇ ਅੰਕ ਸਮਾਉਂਦੀ ਹੈ, ਉਹੀ ਉਹਦੇ ਨਾਲ ਰਹਿੰਦੀ ਹੈ। ਸਾ ਸੁਹਾਗਨ ਨਾਰੇ, ਉਹੀ ਸੁਹਾਗਨ ਕਹੀ ਜਾਂਦੀ ਹੈ। ਚੰਗੇ ਭਾਗਾਂ ਵਾਲੀ ਉਹੀ ਇਸਤਰੀ ਜੀਵ ਇਸਤਰੀ ਗਿਣੀ ਜਾਂਦੀ ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗ ਗਈ ਤੇ ਪਰਮਾਤਮਾ ਦੇ ਨਾਲ ਜਿਹਦੀ ਨੇੜਤਾ ਹੈ। ਔਰ ਉਹਦੀਆਂ ਨਿਸ਼ਾਨੀਆਂ ਕੀ ਹਨ ਕਿ ਨਵ ਕਰ ਥਾਪ ਮਹਿਲ ਕਰ ਉੱਚੋ, ਨਿਜ ਕਰ ਵਾਸ ਮੁਰਾਰੇ। ਨਵ ਕਰ, ਇਹ ਨਵ ਕਰ ਜੋ ਹੈ ਇਹ ਇਸ਼ਾਰਾ ਕਰਦੀ ਹੈ ਸਾਡੀਆਂ 9 ਇੰਦਰੀਆਂ, 9 ਗੋਲਕਾਂ ਨੂੰ। 9 ਗੋਲਕਾਂ ਜਿਹੜੇ ਸਾਡੇ ਸਰੀਰ ਦੇ ਜੋ 9 ਕਮਿਊਨੀਕੇਸ਼ਨ ਦੇ ਦੁਆਰੇ ਹਨ, 9 ਦੁਆਰੇ ਵੀ ਕਿਹਾ ਗਿਆ ਹੈ, 9 ਘਰ 9 ਗੋਲਕਾਂ। 9 ਇੰਦਰੀਆਂ ਵਾਲੇ ਸਰੀਰ ਨੂੰ ਟਿਕਾ ਕੇ, ਯੁਕਤੀ ਵਿੱਚ ਰੱਖ ਕੇ, ਇੱਕ ਡਿਸਪਲਿਨ ਦੇ ਵਿੱਚ ਰੱਖ ਕੇ, ਮਹਿਲ ਘਰ ਉੱਚੋਂ, ਜਿਨੇ ਆਪਣੀ ਸੁਰਤ ਨੂੰ ਉੱਚਾ ਚੁੱਕ ਲਿਆ ਹੈ। ਮਹਿਲ ਘਰ ਉੱਚੋਂ, ਮਹਿਲ ਘਰ ਤੋਂ ਭਾਵ ਹੈ ਕਿ ਪ੍ਰਭੂ ਦੇ ਨਿਵਾਸ ਵਾਲੀ ਥਾਂ ਤੇ ਜਿਨੇ ਆਪਣੀ ਸੁਰਤ ਨੂੰ ਟਿਕਾ ਲਿਆ ਹੈ। ਉਸ ਉੱਚੇ ਪ੍ਰਭੂ ਦੇ ਮਹਿਲ ਘਰ ਦੇ ਵਿੱਚ ਆਪਣੀ ਸੁਰਤ ਨੂੰ ਜਿਨੇ ਟਿਕਾ ਲਿਆ ਹੈ, ਨਿਜ ਘਰ ਵਾਸ ਮੁਰਾਰੇ, ਉਹਦਾ ਟਿਕਾਣਾ ਫਿਰ ਜਿਹੜਾ ਹੈ ਉਹ ਉਸ ਪ੍ਰਭੂ ਦੇ ਘਰ ਵਿੱਚ ਹੋ ਜਾਂਦਾ ਹੈ ਜਿਹਦੀ ਸੁਰਤ ਪ੍ਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਜਿਹਦੀ ਸੁਰਤ ਸਰੀਰ ਤੋਂ ਉੱਚੇ ਉੱਠ ਕੇ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਨਵ ਘਰ ਥਾਪ, ਇਸ 9 ਗੋਲਕਾਂ ਵਾਲੇ ਸਰੀਰ ਨੂੰ ਟਿਕਾ ਕੇ, ਇਹਦੇ ਰਾਹੀਂ ਜਿਹਦੀ ਸੁਰਤ ਉਸ ਪਰਮਾਤਮਾ ਦੇ ਦਰਬਾਰ ਦੇ ਨਾਲ, ਉਹਦੀ ਦਰਗਾਹ ਦੇ ਵਿੱਚ ਜੁੜ ਜਾਂਦੀ ਹੈ, ਉਹਨੂੰ ਟਿਕਾਣਾ ਮਿਲ ਜਾਂਦਾ ਹੈ ਪ੍ਰਭੂ ਦੇ ਘਰ ਦੇ ਵਿੱਚ। ਪ੍ਰਭੂ ਦੇ ਨਾਲ ਉਹਦੀ ਨੇੜਤਾ ਹੋ ਜਾਂਦੀ ਹੈ। तो संक्षेप जो इस भावार्थ है इस पंक्ति का कि मनुखा जन्म प्राप्त करके जिसकी सुरत प्रभु की याद दे नाल, प्रभु के प्यार दे विच जिहदी सुरत जुड़ जाती है, ਉਹਦੀ ਸੁਰਤ परमात्मा दे नाल ਉਹਦੇ ਨਾਲ ਜੁੜ ਜਾਂਦੀ ਹੈ, ਮਾਨੋ ਉਹਨੂੰ परमात्मा ਦੇ ਘਰ ਦੇ ਵਿੱਚ ਥਾਂ ਮਿਲ ਜਾਂਦੀ ਹੈ। अगली पंक्ति कहते हैं कि सब तेरी तू मेरा प्रीतम, निस बासुर रंग रावै। और ऐसी स्त्री ਜਿਹਦੀ ਉੱਪਰ ਗੱਲ ਕੀਤੀ ਗਈ ਹੈ, ਜਿਹਦੀ ਸੁਰਤ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਉਹ ਹੁਣ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੀ ਹੋਈ, ਉਹਨੂੰ ਸਭ ਕੁਝ ਜਗ੍ਹਾ ਦੇ ਉੱਤੇ ਤੇਰੀ ਹੀ ਹੋਂਦ ਨਜ਼ਰ ਆਉਂਦੀ ਹੈ। ਸਭ ਥਾਈਂ ਤੇਰਾ ਅਹਿਸਾਸ ਉਹਨੂੰ ਹੁੰਦਾ ਹੈ, ਉਹਨੂੰ ਸਭ ਜਗ੍ਹਾ ਨਜ਼ਰ ਆਉਂਦਾ ਕਿ ਸਭ ਮੈਂ ਜੋਤ ਜੋਤ ਐਸ ਹੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਭਲੇ ਹਰੀ ਕੁਦਰਤ ਵਸਿਆ। ਉਹਨੂੰ ਸਭ ਥਾਈਂ ਪ੍ਰਮਾਤਮਾ ਦੀ ਹੋਂਦ ਨਜ਼ਰ ਆਉਂਦੀ ਹੈ। ਫਿਰ ਉਹ ਕਹਿੰਦੀ ਹੈ ਕਿ ਸਭ ਤੇਰੀ ਤੂੰ ਮੇਰਾ ਪ੍ਰੀਤਮ। प्रभु के प्यार च रंगीज के, ਉਹਦੇ प्यार च भिज के, ਉਹ ਜੀਵ ਇਸਤਰੀ दिन रात निस बासुर रंग रावै। रंग तो भाव हुंदा है प्यार,
ਤੇ ਰਾਵੇ ਦਾ ਮਤਲਬ ਹੁੰਦਾ ਹੈ ਉਹਦਾ ਸਾਥ ਮੰਨਣਾ, ਉਹਦੇ ਪਿਆਰ ਦੇ ਵਿੱਚ ਜੁੜਿਆ ਰਹਿਣਾ। ਨਿਸ ਦਾ ਮਤਲਬ ਹੈ ਰਾਤ, ਬਸ ਦਾ ਮਤਲਬ ਹੈ ਦਿਨ। ਉਹ ਦਿਨ ਰਾਤ ਉਹ ਜੀਵ ਇਸਤਰੀ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਉਸ ਨੂੰ ਨੇੜੇ ਮਹਿਸੂਸ ਕਰਦੀ ਹੈ। ਤੇ ਉਹ ਕਹਿੰਦੀ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ ਤੇ ਤੂੰ ਮੇਰਾ ਪਿਆਰਾ ਪ੍ਰਭੂ ਹੈ ਜੋ ਸਭ ਥਾਈਂ ਮੌਜੂਦ ਹੈ, ਤੂੰ ਸਭ ਥਾਈਂ ਮੈਨੂੰ ਨਜ਼ਰ ਆ ਰਿਹਾ। ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ। ਉਹ ਜੀਵ ਇਸਤਰੀ ਦਿਨ ਰਾਤ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਭਿੱਜੀ ਰਹਿੰਦੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਵਿੱਚ ਉਸ ਨੂੰ ਪਰਮਾਤਮਾ ਦੀ ਹੋਂਦ ਨਜ਼ਰ ਆਉਂਦੀ ਹੈ ਤੇ ਉਹਦਾ ਸੰਗ, ਉਹਦਾ ਪਿਆਰ ਮੰਨਦੀ ਹੈ, ਉਹਦੇ ਪਿਆਰ ਦੇ ਆਨੰਦ ਨੂੰ ਉਹ ਮਹਿਸੂਸ ਕਰਦੀ ਹੈ। ਆਖਰੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੈ। ਇਹ ਨਾਨਕ ਜਿਵੇਂ ਬਬੀਹਾ ਚਾਤਰਿਕ ਪ੍ਰਿਓ ਪ੍ਰਿਓ ਬੋਲਦਾ ਹੈ, ਜਿਵੇਂ ਕੋਕਿਲ ਕੁਹੂ ਕੁਹੂ ਦੇ ਮਿੱਠੇ ਬੋਲ ਬੋਲਦੀ ਹੈ, ਤਿਵੇਂ ਹੀ ਉਹ ਜੀਵ ਇਸਤਰੀ ਫਿਰ ਸ਼ਬਦ ਦੁਆਰਾ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਸ਼ਬਦ ਦੇ ਦੁਆਰਾ ਉਹ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਜੀਵ ਇਸਤਰੀ ਵੀ ਫਿਰ ਸੋਹਣੀ ਲੱਗਦੀ ਹੈ, ਕਿਉਂਕਿ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜੀ ਰਹਿੰਦੀ ਹੈ, ਪ੍ਰਭੂ ਦੇ ਗੁਣ ਗਾਉਂਦੀ ਹੈ। ਜਿਵੇਂ ਬਬੀਹਾ ਪ੍ਰਿਓ ਪ੍ਰਿਓ ਕਰਦਾ ਹੈ, ਆਪਣੇ ਪਿਆਰੇ ਨੂੰ ਯਾਦ ਕਰਦਾ ਹੈ, ਸ਼ਾਂਤੀ ਬੂੰਦ ਦੀ ਕਾਮਨਾ ਕਰਦਾ ਹੈ, ਕੋਇਲ ਕੁਹੂ ਕੁਹੂ ਕਰਕੇ ਮਿੱਠੇ ਬੋਲ ਬੋਲਦੀ ਹੈ, ਤਿਵੇਂ ਹੀ ਇਹ ਜੀਵ ਇਸਤਰੀ ਵੀ ਪਰਮਾਤਮਾ ਦੀ ਯਾਦ ਦੇ ਵਿੱਚ ਮਿੱਠੇ ਬੋਲ ਬੋਲ ਕੇ ਉਸ ਦੀ ਯਾਦ ਨੂੰ ਹਿਰਦੇ 'ਚ ਵਸਾਉਂਦੀ ਹੈ, ਉਹਦੇ ਪਿਆਰ ਦੇ ਵਿੱਚ ਜੁੜੀ ਰਹਿੰਦੀ ਹੈ ਤੇ ਸੁਹਾਵਦੀ ਹੈ, ਸੋਹਣੀ ਲੱਗਦੀ ਹੈ, ਉਹਦੀ ਉੱਚੀ ਅਵਸਥਾ ਬਣ ਜਾਂਦੀ ਹੈ। ਤੋ ਇਹਨਾਂ ਦੋਨਾਂ ਪਦਿਆਂ ਦੇ ਅੰਦਰ ਅੱਜ ਗੁਰੂ ਪਾਤਸ਼ਾਹ ਨੇ ਮਨੁੱਖੀ ਜੀਵਨ ਦੇ ਵਿੱਚ ਜੋ ਮਨੁੱਖ ਦੇ ਕਰਮਾਂ ਦੇ ਆਧਾਰ ਦੇ ਉੱਤੇ ਜੋ ਉਹਦੀ ਅਵਸਥਾ ਹੈ ਅਤੇ ਜੋ ਉਹਦੇ ਜੀਵਨ ਦਾ ਮਕਸਦ ਹੈ, ਜਿਹੜੇ ਜੀਵ ਉਸ ਪ੍ਰਭੂ ਦੀ ਯਾਦ ਦੇ ਵਿੱਚ ਮਾਇਆ ਤੋਂ ਉੱਚੇ ਉੱਠ ਕੇ ਜੁੜ ਜਾਂਦੇ ਹਨ, ਉਹਨਾਂ ਦਾ ਸੰਖੇਪ ਵਿੱਚ ਵਰਣਨ ਕੀਤਾ ਹੈ। ਇਸ ਤੋਂ ਅਗਲੇ ਦੋ ਪਦਿਆਂ ਦੇ ਵਿੱਚ ਵੀ ਇਹ ਪ੍ਰਕਰਨ ਜਾਰੀ ਰਹੇਗਾ। ਤੋ ਅੱਜ ਦੇ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਮੰਗਦੇ ਹਾਂ ਜੀ। ਅੱਜ ਦੇ ਵਿਚਾਰ ਨਾਲ ਸੰਬੰਧਿਤ ਜੇ ਕਿਸੇ ਸੱਜਣ ਨੇ ਕੋਈ ਸਵਾਲ ਪੁੱਛਣਾ ਹੋਵੇ, ਕੋਈ ਕਮੈਂਟ ਦੇਣੇ ਹੋਣ, ਤਾਂ ਬੇਨਤੀ ਹੈ ਕਿ ਆਪ ਜੀ ਆਪਣਾ ਹੈਂਡ ਰੇਜ਼ ਕਰਕੇ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਸਾਂਝੀ ਕਰ ਸਕਦੇ ਹੋ। ਇੱਕ ਥੋੜੀ ਜਿਹੀ ਬੇਨਤੀ ਹੋਰ ਹੈ ਕਿ ਸਾਡੇ ਪਾਸ ਇਸ ਕੰਮ ਵਾਸਤੇ, ਸਵਾਲ ਜਵਾਬ ਵਾਸਤੇ ਅਸੀਂ ਲਿਮਟਿਡ ਜਿਹਾ ਸਮਾਂ ਹੀ ਨਿਯਤ ਕੀਤਾ ਹੁੰਦਾ ਹੈ। ਤਾਂ ਜਿਸਨੇ ਵੀ ਕੋਈ ਸਵਾਲ ਕਰਨਾ ਹੈ ਜਾਂ ਕਮੈਂਟ ਦੇਣਾ ਹੈ, ਬੇਨਤੀ ਹੈ ਕਿ ਉਹ ਸੰਖੇਪ ਵਿੱਚ ਆਪਣੀ ਗੱਲ ਜ਼ਰੂਰ ਬਿਆਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।